ਅਧਿਆਏ 18 ਅਤੇ 19 ਸ਼੍ਰੀ ਹੇਮਡ ਪੰਥ ਤੇ ਬਾਬਾ ਦੀ ਕਿਰਪਾ ਕਿਸ ਤਰ੍ਹਾਂ ਹੋਈ। ਸ਼੍ਰੀ ਸਾਠੇ ਅਤੇ ਸ਼੍ਰੀਮਤੀ ਦੇਸ਼ਮੁਖ ਦੀ ਕਥਾ, ਉੱਤਮ ਵਿਚਾਰਾਂ ਨੂੰ ਉਤਸ਼ਾਹ, ਉਪਦੇਸ਼ ਵਿੱਚ ਨਵਾਂਪਨ, ਨਿੰਦਿਆ ਸੰਬੰਧੀ ਉਪਦੇਸ਼ ਅਤੇ ਮਿਹਨਤ ਦੇ ਲਈ ਮਜ਼ਦੂਰੀ, ਇਹਨਾਂ ਸਾਰੀ ਕਥਾਵਾਂ ਦਾ ਵਰਣਨ ਕਰਾਂਗੇ। ਬ੍ਰਹਮ ਗਿਆਨ ਲਈ ਉਤਾਵਲੇ ਇੱਕ ਅਮੀਰ ਆਦਮੀ ਨਾਲ ਬਾਬਾ ਨੇ ਕਿਸ ਤਰ੍ਹਾਂ ਦਾ ਵਰਤਾਅ ਕੀਤਾ, ਇਸ ਦਾ ਵਰਣਨ ਹੇਮਡ ਪੰਥ ਨੇ ਪਿਛਲੇ 2 ਅਧਿਆਏ ਵਿੱਚ ਕੀਤਾ ਹੈ। ਹੁਣ ਹੇਮਡ ਪੰਥ 'ਤੇ ਕਿਸ ਤਰ੍ਹਾਂ ਬਾਬਾ ਨੇ ਕਿਰਪਾ ਕੀਤੀ, ਉੱਤਮ ਵਿਚਾਰਾਂ ਨੂੰ ਉਤਸ਼ਾਹ ਦੇ ਕੇ ਉਹਨਾਂ ਨੂੰ ਲਾਭਕਾਰੀ ਬਣਾਇਆ ਅਤੇ ਆਤਮਾ ਦੀ ਉੱਨਤੀ ਅਤੇ ਮਿਹਨਤ ਦੇ ਫਲ ਦਾ ਸੰਬੰਧ ਬਾਰੇ ਕਿਸ ਤਰ੍ਹਾਂ ਉਪਦੇਸ਼ ਦਿੱਤਾ, ਇਸ ਦਾ ਇਹਨਾਂ 2 ਅਧਿਆਇਆਂ ਵਿੱਚ ਵਰਣਨ ਕੀਤਾ ਜਾਵੇਗਾ। ਇਹ ਤਾਂ ਪਤਾ ਹੀ ਹੈ ਕਿ ਸਤਿਗੁਰੂ ਪਹਿਲੇ ਆਪਣੇ ਚੋਲੇ ਦੀ ਯੋਗਤਾ 'ਤੇ ਖਾਸ ਧਿਆਨ ਦਿੰਦੇ ਹਨ। ਉਸ ਦੇ ਚਿੱਤ ਨੂੰ ਜ਼ਰਾ ਵੀ ਡਾਵਾਂਡੋਲ ਨਾ ਕਰਕੇ ਉਹ ਉਪਦੇਸ਼ ਦੇ ਕੇ ਆਪਣੇ ਚੇਲੇ ਨੂੰ ਆਤਮਾਨੁਭੂਤੀ ਵੱਲ ਪ੍ਰੇਰਿਤ ਕਰਦੇ ਹਨ। ਇਸ ਸੰਬੰਧ ਵਿੱਚ ਕੁਝ ਲੋਕਾਂ ਦਾ ਵਿਚਾਰ ਹੈ ਕਿ ਜੋ ਸਿੱਖਿਆ ਜਾਂ ਉਪਦੇਸ਼ ਗੁਰੂ ਕੋਲੋਂ ਮਿਲਦਾ ਹੈ ਉਸ ਨੂੰ ਹੋਰ ਲੋਕਾਂ ਨੂੰ ਦੱਸਣਾ ਨਹੀਂ ਚਾਹੀਦਾ। ਉਹਨਾਂ ਦੀ ਇਸ ਤਰ੍ਹਾਂ ਦੀ ਧਾਰਨਾ ਹੈ ਕਿ ਉਸ ਨੂੰ ਦੱਸ ਕੇ ਦੇਣ ਨਾਲ ਉਸ ਦਾ ਮਹੱਤਵ ਘਟ ਜਾਂਦਾ ਹੈ। ਅਸਲ ਵਿੱਚ ਇਹ ਸੋਚ ਸੋੜੀ ਹੈ। ਸਤਿਗੁਰੂ ਤਾਂ ਬਰਸਾਤ ਰੁੱਤ ਦੇ ਬੱਦਲਾਂ ਵਾਂਗ ਹਨ, ਜਿਹੜੇ ਸਭ ਜਗ੍ਹਾ ਇੱਕੋ ਜਿਹੇ ਵਸਦੇ ਹਨ। ਭਾਵ ਉਹ ਆਪਣੇ ਅੰਮ੍ਰਿਤ ਤੁਲ ਉਪਦੇਸ਼ਾਂ ਨੂੰ ਵਿਸ਼ਾਲ ਖੇਤਰ ਵਿੱਚ ਪ੍ਰਸਾਰਣ ਕਰਦੇ ਹਨ। ਪਹਿਲਾਂ ਉਹਨਾਂ ਦਾ ਮਤਲਬ ਚੰਗੀ ਤਰ੍ਹਾਂ ਸਮਝ ਕੇ ਅਤੇ ਫਿਰ ਤੰਗ ਸੋਚ ਨੂੰ ਛੱਡ ਕੇ ਹੋਰ ਲੋਕਾਂ ਵਿੱਚ ਪ੍ਰਚਾਰ ਕਰੋ। ਇਹ ਅਸੂਲ ਜਾਗਦੇ ਅਤੇ ਸੁਪਨੇ ਵਿੱਚ ਦੋਵਾਂ ਹਾਲਤਾਂ ਵਿੱਚ ਮਿਲੇ ਉਪਦੇਸ਼ਾਂ ਦੇ ਲਈ ਹਨ। ਉਦਾਹਰਣ, ਬੁੱਧ ਕੌਸ਼ਿਕ ਰਿਸ਼ੀ ਨੇ ਸੁਪਨੇ ਵਿੱਚ ਪ੍ਰਾਪਤ ਪ੍ਰਸਿੱਧ ਰਾਮ ਰਕਸ਼ਾ ਸਤੋਤਰ ਆਮ ਜਨਤਾ ਦੇ ਭਲੇ ਲਈ ਪ੍ਰਗਟ ਕਰ ਦਿੱਤਾ ਸੀ। ਜਿਸ ਤਰ੍ਹਾਂ ਇੱਕ ਦਿਆਲੂ ਮਾਂ ਬੱਚੇ ਦੇ ਇਲਾਜ ਲਈ ਕੌੜੀ ਦਵਾਈ ਜ਼ਬਰਦਸਤੀ ਦਿੰਦੀ ਹੈ, ਉਸੇ ਤਰ੍ਹਾਂ ਹੀ ਸ਼੍ਰੀ ਸਾਈਂ ਵੀ ਆਪਣੇ ਭਗਤਾਂ ਦੇ ਭਲੇ ਲਈ ਹੀ ਉਪਦੇਸ਼ ਦਿੰਦੇ ਹੁੰਦੇ ਸੀ। ਉਹ ਆਪਣੇ ਤਰੀਕੇ ਨੂੰ ਗੁਪਤ ਨਾ ਰੱਖ ਕੇ ਪੂਰਨ ਜਗ੍ਹਾ ਜ਼ਾਹਰ ਰੱਖਣ ਨੂੰ ਹੀ ਜ਼ਿਆਦਾ ਮਹੱਤਵ ਦਿੰਦੇ ਸਨ। ਇਸ ਕਰਕੇ ਜਿਹੜੇ ਭਗਤਾਂ ਨੇ ਉਹਨਾਂ ਦੇ ਉਪਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ, ਉਹ ਆਪਣੇ ਮੰਤਵ ਦੀ ਪ੍ਰਾਪਤੀ ਵਿੱਚ ਸਫਲ ਹੋਏ। ਸ਼੍ਰੀ ਸਾਈਂ ਬਾਬਾ ਵਰਗੇ ਸਤਿਗੁਰੂ ਹੀ ਗਿਆਨ ਦੀਆਂ ਅੱਖਾਂ ਖੋਲ੍ਹ ਕੇ ਆਤਮਾ ਦੀ ਅਲੌਕਿਕਤਾ ਦਾ ਅਨੁਭਵ ਕਰਾ ਦੇਣ ਵਿੱਚ ਸਮਰਥ ਹਨ। ਵਿਸ਼ੇ ਵਾਸਨਾਵਾਂ ਦਾ ਮੋਹ ਨਸ਼ਟ ਕਰਕੇ ਉਹ ਭਗਤਾਂ ਦੀਆਂ ਇੱਛਾਵਾਂ ਨੂੰ ਪੂਰੀਆਂ ਕਰ ਦਿੰਦੇ ਸੀ, ਜਿਸ ਦੇ ਫਲਸਰੂਪ ਹੀ ਗਿਆਨ ਅਤੇ ਵੈਰਾਗ ਪ੍ਰਾਪਤ ਹੋ ਕੇ ਗਿਆਨ ਦੀ ਲਗਾਤਾਰ ਉੱਨਤੀ ਹੁੰਦੀ ਰਹਿੰਦੀ ਹੈ। ਇਹ ਸਾਰਾ ਉਸੇ ਵੇਲੇ ਸੰਭਵ ਹੈ ਜਦੋਂ ਸਾਨੂੰ ਸਤਿਗੁਰੂ ਦੀ ਸੰਗਤ ਪ੍ਰਾਪਤ ਹੋਵੇ ਅਤੇ ਸੇਵਾ ਦੇ ਬਾਅਦ ਅਸੀਂ ਉਹਨਾਂ ਦਾ ਧਿਆਨ ਪ੍ਰਾਪਤ ਕਰ ਸਕੀਏ ਤੇ ਪਿਆਰ ਪ੍ਰਾਪਤ ਕਰ ਸਕੀਏ। ਜਦੋਂ ਭਗਵਾਨ ਵੀ ਜਿਹੜੇ ਭਗਤਾਂ ਦੀਆਂ ਕਾਮਨਾ ਪੂਰੀਆਂ ਕਰਦੇ ਹਨ, ਸਾਡੀ ਮਦਦ ਲਈ ਆ ਜਾਂਦੇ ਹਨ। ਉਹ ਸਾਨੂੰ ਦੁੱਖਾਂ ਤਕਲੀਫਾਂ ਤੋਂ ਮੁਕਤ ਕਰਕੇ ਸੁਖੀ ਕਰ ਦਿੰਦੇ ਹਨ। ਇਹ ਸਾਰੀ ਉੱਨਤੀ ਸਿਰਫ ਸਤਿਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ, ਜਿਹੜੇ ਕਿ ਆਪ ਈਸ਼ਵਰ ਦੇ ਰੂਪ ਹਨ। ਇਸ ਲਈ ਸਾਨੂੰ ਹਰ ਵੇਲੇ ਸਤਿਗੁਰੂ ਦੀ ਖੋਜ ਵਿੱਚ ਰਹਿਣਾ ਚਾਹੀਦਾ ਹੈ। ਹੁਣ ਅਸੀਂ ਮੁੱਖ ਵਿਸ਼ੇ ਵੱਲ ਆਉਂਦੇ ਹਾਂ। ਸ਼੍ਰੀ ਸਾਠੇ। ਇੱਕ ਸੱਜਣ ਦਾ ਨਾਂ ਸ਼੍ਰੀ ਸਾਠੇ ਸੀ। ਕਰਾਫਰਡ ਦੇ ਰਾਜ ਵਿੱਚ ਕਈ ਸਾਲ ਪਹਿਲਾਂ ਉਹ ਕੁਝ ਮਸ਼ਹੂਰ ਹੋ ਗਏ ਸੀ। ਇਸ ਰਾਜ ਦਾ ਬੰਬਈ ਦੇ ਗਵਰਨਰ ਲਾਰਡ ਰੇ ਨੇ ਖਾਤਮਾ ਕਰ ਦਿੱਤਾ ਸੀ। ਸ਼੍ਰੀ ਸਾਠੇ ਨੂੰ ਵਪਾਰ ਵਿੱਚ ਬਹੁਤ ਘਾਟਾ ਹੋਇਆ ਅਤੇ ਹਾਲਾਤ ਠੀਕ ਨਾ ਹੋਣ ਕਰਕੇ ਉਹਨਾਂ ਨੂੰ ਬਹੁਤ ਧੱਕਾ ਲੱਗਾ। ਉਹ ਬਹੁਤ ਦੁਖੀ ਅਤੇ ਨਾਉਮੀਦ ਹੋ ਗਏ ਅਤੇ ਬੇਚੈਨ ਹੋਣ ਕਰਕੇ ਘਰ ਛੱਡ ਕੇ ਕਿਸੇ ਇਕਾਂਤ ਜਗ੍ਹਾ 'ਤੇ ਰਹਿਣ ਦਾ ਵਿਚਾਰ ਕਰਨ ਲੱਗੇ। ਬਹੁਤ ਸਾਰੀ ਮਨੁੱਖਾਂ ਨੂੰ ਈਸ਼ਵਰ ਦੀ ਯਾਦ ਮੁਸੀਬਤ ਅਤੇ ਬੁਰੇ ਦਿਨਾਂ ਵਿੱਚ ਹੀ ਆਉਂਦੀ ਹੈ ਅਤੇ ਉਹਨਾਂ ਦਾ ਭਰੋਸਾ ਇਸ ਵੇਲੇ ਈਸ਼ਵਰ ਵਿੱਚ ਵੱਧ ਜਾਂਦਾ ਹੈ। ਉਦੋਂ ਤਕਲੀਫਾਂ ਤੋਂ ਛੁਟਕਾਰੇ ਲਈ ਭਗਵਾਨ ਨੂੰ ਪ੍ਰਾਰਥਨਾ ਕਰਨ ਲੱਗ ਪੈਂਦੇ ਹਨ। ਜੇ ਉਹਨਾਂ ਦੇ ਪਾਪ ਸਮਾਪਤ ਹੋ ਗਏ ਹੋਣ ਤਾਂ ਭਗਵਾਨ ਹੀ ਉਹਨਾਂ ਦੀ ਮੁਲਾਕਾਤ ਕਿਸੇ ਸੰਤ ਨਾਲ ਕਰਵਾ ਦਿੰਦੇ ਹਨ, ਜਿਹੜਾ ਉਹਨਾਂ ਦੇ ਭਲੇ ਲਈ ਹੀ ਉਚਿਤ ਰਾਹ ਦਿਖਾ ਦਿੰਦੇ ਹਨ। ਇਸ ਤਰ੍ਹਾਂ ਹੀ ਸ਼੍ਰੀ ਸਾਠੇ ਨਾਲ ਵੀ ਹੋਇਆ। ਉਹਨਾਂ ਦੇ ਇੱਕ ਦੋਸਤ ਨੇ ਉਹਨਾਂ ਨੂੰ ਸ਼ਿਰਡੀ ਜਾਣ ਦੀ ਸਲਾਹ ਦਿੱਤੀ, ਜਿੱਥੇ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਅਤੇ ਇੱਛਾ ਪੂਰੀਆਂ ਕਰਨ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਲੋਕਾਂ ਦੇ ਝੁੰਡ ਆ ਰਹੇ ਹਨ। ਉਹਨਾਂ ਨੂੰ ਇਹ ਵਿਚਾਰ ਚੰਗਾ ਲੱਗਿਆ ਅਤੇ ਸੰਨ 1917 ਵਿੱਚ ਉਹ ਸ਼ਿਰਡੀ ਗਏ। ਬਾਬਾ ਦੇ ਸ਼ਾਸ਼ਵਤ ਪੂਰਨ ਬ੍ਰਹਮ ਰੋਸ਼ਨ ਦੀਪਤੀਮਾਨ ਨਿਰਮਲ ਅਤੇ ਸ਼ੁੱਧ ਸਰੂਪ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਦੀ ਬੇਚੈਨੀ ਖਤਮ ਹੋ ਗਈ ਅਤੇ ਉਹਨਾਂ ਦਾ ਚਿੱਤ ਸ਼ਾਂਤ ਅਤੇ ਸਥਿਰ ਹੋ ਗਿਆ। ਉਹਨਾਂ ਨੇ ਸੋਚਿਆ ਕਿ ਪਿਛਲੇ ਜਨਮਾਂ ਦੇ ਕੀਤੇ ਸ਼ੁਭ
ਕਰਕੇ ਹੀ ਅੱਜ ਸ਼੍ਰੀ ਸਾਈਂ ਬਾਬਾ ਦੇ ਪਵਿੱਤਰ ਚਰਨਾਂ ਤੱਕ ਪਹੁੰਚਣ ਦਾ ਕਾਬਲ ਹੋ ਸਕਿਆ ਹਾਂ। ਸ਼੍ਰੀ ਸਾਠੇ ਪੱਕੇ ਇਰਾਦੇ ਦੇ ਆਦਮੀ ਸੀ, ਇਸ ਲਈ ਉਹਨਾਂ ਨੇ ਜਲਦੀ ਹੀ ਗੁਰੂ ਚਰਿੱਤਰ ਦਾ ਪਾਠ ਸ਼ੁਰੂ ਕਰ ਦਿੱਤਾ। ਜਦੋਂ ਇੱਕ ਹਫ਼ਤੇ ਵਿੱਚ ਹੀ ਚਰਿੱਤਰ ਦਾ ਪਾਠ ਖਤਮ ਹੋ ਗਿਆ ਤਾਂ ਬਾਬਾ ਨੇ ਉਸੇ ਰਾਤ ਨੂੰ ਉਹਨਾਂ ਨੂੰ ਇੱਕ ਸੁਪਨਾ ਦਿਖਾਇਆ, ਜਿਹੜਾ ਇਸ ਤਰ੍ਹਾਂ ਹੈ। ਬਾਬਾ ਆਪਣੇ ਹੱਥ ਵਿੱਚ ਚਰਿੱਤਰ ਫੜ ਕੇ ਸ਼੍ਰੀ ਸਾਠੇ ਨੂੰ ਕੋਈ ਵਿਸ਼ਾ ਸਮਝਾ ਰਹੇ ਹਨ ਅਤੇ ਸ਼੍ਰੀ ਸਾਠੇ ਸਾਹਮਣੇ ਬੈਠ ਕੇ ਬੜੇ ਧਿਆਨ ਨਾਲ ਸੁਣ ਰਹੇ ਹਨ। ਜਦੋਂ ਉਹਨਾਂ ਦੀ ਨੀਂਦ ਖੁੱਲ੍ਹੀ ਤਾਂ ਸੁਪਨਾ ਯਾਦ ਕਰਕੇ ਉਹ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਵਿਚਾਰ ਕੀਤਾ ਕਿ ਇਹ ਬਾਬਾ ਦੀ ਬਹੁਤ ਕਿਰਪਾ ਹੈ, ਜਿਹੜਾ ਇਸ ਤਰ੍ਹਾਂ ਕੂਕ ਸੁੱਤੇ ਹੋਏ ਨੂੰ ਉਠਾ ਕੇ ਉਹਨਾਂ ਨੇ ਗੁਰੂ ਚਰਿੱਤਰ ਦਾ ਅੰਮ੍ਰਿਤ ਪਾਨ ਕਰਨ ਦਾ ਮੌਕਾ ਦਿੰਦੇ ਹਨ। ਉਹਨਾਂ ਨੇ ਇਹ ਸੁਪਨਾ ਸ਼੍ਰੀ ਕਾਕਾ ਸਾਹਿਬ ਦੀਕਸ਼ਿਤ ਨੂੰ ਸੁਣਾਇਆ ਅਤੇ ਸ਼੍ਰੀ ਸਾਈਂ ਬਾਬਾ ਕੋਲ ਬੇਨਤੀ ਕਰਨ ਲਈ ਕਿਹਾ ਕਿ ਇਸ ਦਾ ਅਸਲ ਵਿੱਚ ਕੀ ਮਤਲਬ ਹੈ ਅਤੇ ਇੱਕ ਹਫ਼ਤੇ ਦਾ ਪਾਠ ਹੀ ਮੇਰੇ ਲਈ ਕਾਫੀ ਹੈ ਜਾਂ ਪਾਠ ਫਿਰ ਸ਼ੁਰੂ ਕਰਾਂ। ਸ਼੍ਰੀ ਕਾਕਾ ਸਾਹਿਬ ਦੀਕਸ਼ਿਤ ਨੇ ਠੀਕ ਮੌਕਾ ਦੇਖ ਕੇ ਬਾਬਾ ਕੋਲ ਪੁੱਛਿਆ ਕਿ ਹੇ ਦੇਵ, ਉਸ ਨਾਲ ਤੁਸੀਂ ਸ਼੍ਰੀ ਸਾਠੇ ਨੂੰ ਕੀ ਉਪਦੇਸ਼ ਦਿੱਤਾ ਹੈ ਕਿ ਉਹ ਪਾਠ ਸਪਤਾਹ ਮੁਲਤਵੀ ਕਰ ਦੇਣ? ਉਹ ਇੱਕ ਸਰਲ ਹਿਰਦੇ ਦੇ ਭਗਤ ਹਨ, ਇਸ ਲਈ ਉਹਨਾਂ ਦੀ ਮਨੋਕਾਮਨਾ ਤੁਸੀਂ ਪੂਰੀ ਕਰੋ ਅਤੇ ਹੇ ਦੇਵ, ਕਿਰਪਾ ਕਰਕੇ ਉਹਨਾਂ ਨੂੰ ਇਸ ਸੁਪਨੇ ਦਾ ਅਸਲ ਮਤਲਬ ਵੀ ਸਮਝਾ ਦਿਓ। ਤਾਂ ਬਾਬਾ ਬੋਲੇ ਕਿ ਉਹਨਾਂ ਨੂੰ ਗੁਰੂ ਚਰਿੱਤਰ ਦਾ ਇੱਕ ਹਫ਼ਤਾ ਹੋਰ ਪਾਠ ਕਰਨਾ ਉਚਿਤ ਹੈ। ਜੇ ਉਹ ਧਿਆਨ ਨਾਲ ਪਾਠ ਕਰਨਗੇ ਤਾਂ ਉਹਨਾਂ ਦੇ ਚਿੱਤ ਸ਼ੁੱਧ ਹੋ ਜਾਵੇਗਾ ਅਤੇ ਛੇਤੀ ਹੀ ਕਲਿਆਣ ਹੋਵੇਗਾ। ਈਸ਼ਵਰ ਵੀ ਖੁਸ਼ ਹੋ ਕੇ ਉਹਨਾਂ ਨੂੰ ਭਵਬੰਧਨ ਤੋਂ ਮੁਕਤ ਕਰ ਦੇਣਗੇ। ਇਸ ਮੌਕੇ 'ਤੇ ਸ਼੍ਰੀ ਹਿਮਾਡ ਪੰਥ ਵੀ ਉੱਥੇ ਹਾਜ਼ਰ ਸਨ ਅਤੇ ਬਾਬਾ ਦੇ ਚਰਨਾਂ ਦੀ ਸੇਵਾ ਕਰ ਰਹੇ ਸਨ। ਬਾਬਾ ਦੇ ਵਚਨ ਸੁਣ ਕੇ ਉਹਨਾਂ ਨੇ ਵਿਚਾਰ ਆਇਆ ਕਿ ਸਾਠੇ ਨੂੰ ਸਿਰਫ ਹਫ਼ਤੇ ਦੇ ਪਾਠ ਨਾਲ ਹੀ ਮਨ ਚਾਹੇ ਫਲ ਦੀ ਪ੍ਰਾਪਤੀ ਹੋ ਗਈ, ਜਦੋਂ ਕਿ ਮੈਂ ਪਿਛਲੇ 40 ਸਾਲਾਂ ਤੋਂ ਗੁਰੂ ਚਰਿੱਤਰ ਦਾ ਪਾਠ ਕਰ ਰਿਹਾ ਹਾਂ, ਜਿਸ ਦਾ ਨਤੀਜਾ ਹਾਲੇ ਤੱਕ ਨਹੀਂ ਨਿਕਲਿਆ। ਉਹਨਾਂ ਦਾ ਸਿਰਫ 7 ਦਿਨਾਂ ਦੀ ਸ਼ਿਰਡੀ ਵਾਸ ਸਫਲ ਹੋ ਗਿਆ ਅਤੇ ਮੇਰੇ ਪਿਛਲੇ 7 ਸਾਲਾਂ ਦਾ ਜਾਣੀ ਕਿ 1910 ਤੋਂ 1917 ਵਾਸ ਵੀ ਵਿਅਰਥ ਹੋ ਗਿਆ। ਚਾਤਕ ਪੰਛੀ ਦੇ ਵਾਂਗ ਮੈਂ ਹਮੇਸ਼ਾ ਉਸ ਕਿਰਪਾਲ ਬੱਦਲ ਯਾਨੀ ਕਿ ਬਾਬਾ ਦੀ ਰਾਹ ਦੇਖਦਾ ਰਹਿੰਦਾ ਹਾਂ, ਜਿਹੜਾ ਮੇਰੇ ਉੱਪਰ ਅੰਮ੍ਰਿਤ ਵਰਖਾ ਕਰੇ। ਉਹ ਕਦੋਂ ਮੈਨੂੰ ਆਪਣੇ ਉਪਦੇਸ਼ ਦੇਣ ਦੀ ਕਿਰਪਾ ਕਰਨਗੇ? ਇਸ ਤਰ੍ਹਾਂ ਦਾ ਵਿਚਾਰ ਉਹਨਾਂ ਦੇ ਦਿਮਾਗ ਵਿੱਚ ਆਇਆ ਹੀ ਸੀ ਕਿ ਬਾਬਾ ਨੂੰ ਸਭ ਪਤਾ ਚੱਲ ਗਿਆ। ਇੱਦਾਂ ਭਗਤਾਂ ਨੇ ਹਮੇਸ਼ਾ ਹੀ ਮਹਿਸੂਸ ਕੀਤਾ ਕਿ ਉਹਨਾਂ ਦੇ ਸਾਰੇ ਵਿਚਾਰਾਂ ਨੂੰ ਜਾਣ ਕੇ ਬਾਬਾ ਉਸੇ ਵੇਲੇ ਮਾੜੇ ਵਿਚਾਰਾਂ ਦਾ ਖਾਤਮਾ ਕਰਕੇ ਉੱਤਮ ਵਿਚਾਰਾਂ ਨੂੰ ਉਤਸ਼ਾਹਿਤ ਕਰਦੇ ਸੀ। ਹਿਮਾਡ ਪੰਥ ਦਾ ਇਸ ਤਰ੍ਹਾਂ ਦਾ ਵਿਚਾਰ ਜਾਣ ਕੇ ਬਾਬਾ ਨੇ ਉਸੇ ਵੇਲੇ ਆਗਿਆ ਦਿੱਤੀ ਕਿ ਸ਼ਾਮਾ ਦੇ ਘਰ ਜਾਓ ਅਤੇ ਕੁਝ ਦੇਰ ਨਾਲ ਉਸ ਨਾਲ ਗੱਲਬਾਤ ਕਰਕੇ 15 ਰੁਪਏ ਦਕਸ਼ਨਾ ਲੈ ਕੇ ਆ ਜਾਓ। ਬਾਬਾ ਨੂੰ ਦਇਆ ਆ ਗਈ ਸੀ, ਇਸ ਲਈ ਉਹਨਾਂ ਨੇ ਇਹ ਆਗਿਆ ਦਿੱਤੀ ਸੀ। ਉਹਨਾਂ ਨੇ ਆਗਿਆ ਦਾ ਮੰਨਣ ਦੀ ਹਿੰਮਤ ਕਿਸੇ ਵਿੱਚ ਵੀ ਨਹੀਂ ਸੀ, ਨਾ ਮੰਨਣ ਦੀ ਹਿੰਮਤ ਕਿਸੇ ਵਿੱਚ ਵੀ ਨਹੀਂ ਸੀ। ਸ਼੍ਰੀ ਹਿਮਾਡ ਪੰਥ ਜਲਦੀ ਸ਼ਾਮਾ ਦੇ ਘਰ ਪਹੁੰਚੇ। ਇਸ ਵੇਲੇ ਸ਼ਾਮਾ ਇਸ਼ਨਾਨ ਕਰਕੇ ਧੋਤੀ ਪਾ ਰਹੇ ਸੀ। ਉਹਨਾਂ ਨੇ ਬਾਹਰ ਆ ਕੇ ਹਿਮਾਡ ਪੰਥ ਨੂੰ ਪੁੱਛਿਆ ਕਿ ਤੁਸੀਂ ਇੱਥੇ ਕਿਸ ਤਰ੍ਹਾਂ? ਲੱਗਦਾ ਹੈ ਕਿ ਤੁਸੀਂ ਮਸਜਿਦ ਤੋਂ ਹੀ ਆ ਰਹੇ ਹੋ ਅਤੇ ਤੁਸੀਂ ਇਸ ਤਰ੍ਹਾਂ ਪਰੇਸ਼ਾਨ ਅਤੇ ਉਦਾਸ ਕਿਉਂ ਦਿਖ ਰਹੇ ਹੋ? ਤੁਸੀਂ ਇਕੱਲੇ ਹੀ ਇੱਥੇ ਆਏ ਹੋ? ਆਓ ਬੈਠੋ ਅਤੇ ਥੋੜ੍ਹਾ ਆਰਾਮ ਤਾਂ ਕਰੋ ਜਦ ਤੱਕ ਮੈਂ ਪੂਜਾ ਆਦਿ ਤੋਂ ਵਿਹਲਾ ਹੋ ਜਾਵਾਂ। ਉਦੋਂ ਤੱਕ ਤੁਸੀਂ ਕਿਰਪਾ ਕਰਕੇ ਪਾਨ ਆਦਿ ਲਵੋ। ਇਸ ਦੇ ਬਾਅਦ ਹੀ ਆਪਾਂ ਆਰਾਮ ਨਾਲ ਗੱਲਬਾਤ ਕਰਾਂਗੇ। ਇਹ ਕਹਿ ਕੇ ਉਹ ਅੰਦਰ ਚਲੇ ਗਏ। ਬਰਾਂਡੇ ਵਿੱਚ ਬੈਠੇ ਬੈਠੇ ਹਿਮਾਦ ਪੰਥ ਦੀ ਨਜ਼ਰ ਅਚਾਨਕ ਖਿੜਕੀ ਵਿੱਚ ਪਏ ਨਾਥ ਭਗਵਤ 'ਤੇ ਪਈ। ਨਾਥ ਭਾਗਵਤ ਸ਼੍ਰੀ ਏਕਨਾਥ ਦੀ ਮਹਾ ਭਗਵਤ ਦੇ 11ਵੇਂ ਸਕੰਦ ਉੱਪਰ ਮਰਾਠੀ ਭਾਸ਼ਾ ਵਿੱਚ ਕੀਤੀ ਹੋਈ ਇੱਕ ਟੀਕਾ ਹੈ। ਸ਼੍ਰੀ ਸਾਈਂ ਬਾਬਾ ਦੀ ਕਿਰਪਾ ਅਨੁਸਾਰ ਸ਼੍ਰੀ ਬਾਪੂ ਸਾਹਿਬ ਜੋਗ ਅਤੇ ਸ਼੍ਰੀ ਕਾਕਾ ਸਾਹਿਬ ਦੀਕਸ਼ਿਤ ਸ਼ਿਰਡੀ ਵਿੱਚ ਰੋਜ਼ ਭਗਵਤ ਗੀਤਾ ਦਾ ਮਰਾਠੀ ਟੀਕਾ ਨਾਲ, ਜਿਸ ਦਾ ਨਾਮ ਭਾਰਤ ਦੀਪਿਕਾ ਜਾਂ ਗਿਆਨੇਸ਼ਵਰੀ ਹੈ। ਕ੍ਰਿਸ਼ਨ ਅਤੇ ਭਗਤ ਅਰਜੁਨ ਦਾ ਸੰਵਾਦ, ਨਾਥ ਭਗਵਤ, ਸ਼੍ਰੀ ਕ੍ਰਿਸ਼ਨ ਉद्धਵ ਸੰਵਾਦ ਅਤੇ ਏਕਨਾਥ ਦਾ ਮਹਾਨ ਗ੍ਰੰਥ ਭਾਰਤ ਰਾਮਾਇਣ ਦਾ ਪਾਠ ਕਰਦੇ ਸਨ। ਜਦੋਂ ਭਗਤ ਬਾਬਾ ਕੋਲੋਂ ਕੋਈ ਸਵਾਲ ਪੁੱਛਣ ਆਉਂਦੇ ਤਾਂ ਉਹ ਕਦੀ ਅੱਧਾ ਪਚੱਧਾ ਜਵਾਬ ਦਿੰਦੇ ਅਤੇ ਕਦੀ ਉਹਨਾਂ ਨੂੰ ਯੋਗ ਭਾਗਵਤ ਅਤੇ ਪ੍ਰਮੁੱਖ ਗ੍ਰੰਥਾਂ ਦਾ ਸਰਵਣ ਕਰਨ ਲਈ ਕਹਿੰਦੇ ਸਨ, ਜਿਨ੍ਹਾਂ ਨੂੰ ਸੁਣਨ ਨਾਲ ਭਗਤਾਂ ਨੂੰ ਆਪਣੇ ਸਵਾਲਾਂ ਦੇ ਪੂਰੇ ਤਸੱਲੀ ਬਖਸ਼ ਜਵਾਬ ਮਿਲ ਜਾਂਦੇ ਸੀ। ਸ਼੍ਰੀ ਹਿਮਾਡ ਪੰਥ ਵੀ ਰੋਜ਼ ਨਾਥ ਭਾਗਵਤ ਦੇ ਕੁਝ ਅੰਸ਼ਾਂ ਦਾ ਪਾਠ ਕਰਦੇ ਸੀ। ਅੱਜ ਸਵੇਰੇ ਮਸਜਿਦ ਨੂੰ ਜਾਣ ਲੱਗੇ ਕੁਝ ਭਗਤਾਂ ਦੇ ਸਾਥ ਕਰਕੇ ਉਹਨਾਂ ਨੇ ਆਪਣਾ ਨਿਤਨੇਮ ਦਾ ਪਾਠ ਅਧੂਰਾ ਹੀ ਛੱਡ ਦਿੱਤਾ ਸੀ। ਉਹਨਾਂ ਨੇ ਜਦੋਂ ਹੀ ਉਹ ਗ੍ਰੰਥ ਚੁੱਕ ਕੇ ਖੋਲ੍ਹਿਆ ਤਾਂ ਉਹਨਾਂ ਆਪਣੇ ਬਾਕੀ ਰਹਿੰਦੇ ਪਾਠ ਦਾ ਸਫ਼ਾ ਸਾਹਮਣੇ ਦੇਖ ਕੇ ਉਹਨਾਂ ਨੂੰ ਬੜੀ ਹੈਰਾਨੀ ਹੋਈ। ਉਹਨਾਂ ਨੇ ਸੋਚਿਆ ਕਿ ਬਾਬਾ ਨੇ ਇਸ ਲਈ ਹੀ ਮੈਨੂੰ ਇੱਥੇ ਭੇਜਿਆ ਹੈ ਤਾਂ ਕਿ ਮੈਂ ਆਪਣਾ ਬਾਕੀ ਪਾਠ ਪੂਰਾ ਕਰ ਲਵਾਂ, ਅਤੇ ਉਹਨਾਂ ਨੇ ਬਾਕੀ ਰਹਿੰਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਪੂਰਾ ਹੁੰਦੇ ਹੀ ਸ਼ਾਮਾ ਵੀ ਬਾਹਰ ਆ ਗਏ ਅਤੇ ਉਹਨਾਂ ਦੋਨਾਂ ਵਿੱਚ ਗੱਲਬਾਤ ਹੋਣ ਲੱਗੀ। ਹਿਮਾਡ ਪੰਥ ਨੇ
ਕਿਹਾ ਕਿ ਮੈਂ ਬਾਬਾ ਦਾ ਇੱਕ ਸੁਨੇਹਾ ਲੈ ਕੇ ਤੁਹਾਡੇ ਕੋਲ ਆਇਆ ਹਾਂ। ਉਹਨਾਂ ਨੇ ਮੈਨੂੰ ਤੁਹਾਡੇ ਕੋਲੋਂ 15 ਰੁਪਏ ਦਕਸ਼ਨਾ ਲਿਆਉਣ ਨੂੰ ਅਤੇ ਥੋੜ੍ਹੀ ਦੇਰ ਗੱਲਬਾਤ ਕਰਕੇ ਤੁਹਾਨੂੰ ਆਪਣੇ ਨਾਲ ਲੈ ਕੇ ਮਸਜਿਦ ਵਾਪਸ ਆਉਣ ਲਈ ਆਗਿਆ ਦਿੱਤੀ ਹੈ। ਸ਼ਾਮਾ ਹੈਰਾਨ ਹੋ ਕੇ ਬੋਲੇ, ਮੇਰੇ ਕੋਲ ਤਾਂ ਇੱਕ ਫੁੱਟੀ ਕੌਡੀ ਵੀ ਨਹੀਂ ਹੈ, ਇਸ ਲਈ ਤੁਸੀਂ ਰੁਪਿਆਂ ਦੇ ਬਦਲੇ ਮੇਰੇ ਦਕਸ਼ਨਾ ਵਿੱਚ ਮੇਰੇ 15 ਨਮਸਕਾਰ ਹੀ ਲੈ ਜਾਓ। ਤਾਂ ਹਿਮਾੜਪੰਤ ਨੇ ਕਿਹਾ, ਠੀਕ ਹੈ, ਮੈਂ ਤੁਹਾਡੇ 15 ਨਮਸਕਾਰ ਹੀ ਮਨਜ਼ੂਰ ਹਨ। ਆਓ ਹੁਣ ਅਸੀਂ ਕੁਝ ਗੱਲਬਾਤ ਕਰੀਏ ਅਤੇ ਕਿਰਪਾ ਕਰਕੇ ਬਾਬਾ ਦੀਆਂ ਕੁਝ ਲੀਲਾਵਾਂ ਤੁਸੀਂ ਮੈਨੂੰ ਸੁਣਾਓ ਜਿਸ ਨਾਲ ਪਾਪ ਨਸ਼ਟ ਹੋਣ। ਸ਼ਾਮਾ ਬੋਲੇ, ਤਾਂ ਕੁਝ ਦੇਰ ਬੈਠੋ। ਇਸ ਈਸ਼ਵਰ ਯਾਨੀ ਕਿ ਬਾਬਾ ਦੀ ਲੀਲਾ ਅਦਭੁਤ ਹੈ। ਕਿੱਥੇ ਮੈਂ ਅਨਪੜ੍ਹ ਪੇਂਡੂ, ਕਿੱਥੇ ਤੁਸੀਂ ਇੱਕ ਵਿਦਵਾਨ। ਇੱਥੇ ਆਉਣ ਤੋਂ ਬਾਅਦ ਤਾਂ ਤੁਸੀਂ ਬਾਬਾ ਦੀਆਂ ਅਨੇਕ ਲੀਲਾਵਾਂ ਆਪ ਹੀ ਦੇਖ ਚੁੱਕੇ ਹੋ, ਜਿਨ੍ਹਾਂ ਦਾ ਮੈਂ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਵਰਣਨ ਕਰ ਸਕਦਾ ਹਾਂ। ਚੰਗਾ, ਇਹ 5 ਸੁਪਾਰੀ ਤਾਂ ਖਾਓ, ਉਦੋਂ ਤੱਕ ਮੈਂ ਕੱਪੜੇ ਪਾ ਲਵਾਂ। ਥੋੜ੍ਹੀ ਦੇਰ ਵਿੱਚ ਸ਼ਾਮਾ ਬਾਹਰ ਆਏ ਅਤੇ ਫਿਰ ਉਹਨਾਂ ਦੋਵਾਂ ਵਿੱਚ ਇਸ ਤਰ੍ਹਾਂ ਗੱਲਬਾਤ ਹੋਣ ਲੱਗੀ। ਸ਼ਾਮਾ ਬੋਲੇ, ਇਸ ਪਰਮੇਸ਼ਵਰ ਯਾਨੀ ਕਿ ਬਾਬਾ ਦੀਆਂ ਲੀਲਾਵਾਂ ਬੇਅੰਤ ਹਨ, ਜਿਸ ਦਾ ਕੋਈ ਅੰਤ ਨਹੀਂ। ਉਹ ਤਾਂ ਲੀਲਾਵਾਂ ਨਾਲੋਂ ਵਿਨਿਰਲੇਪ ਰਹਿ ਕੇ ਹਮੇਸ਼ਾ ਮਖੌਲ ਕਰਦੇ ਰਹਿੰਦੇ ਹਨ। ਇਸ ਨੂੰ ਅਸੀਂ ਅਗਿਆਨੀ ਜੀਵ ਹੀ ਕੀ ਸਮਝ ਸਕੀਏ। ਬਾਬਾ ਆਪ ਹੀ ਕਿਉਂ ਨਹੀਂ ਕਹਿੰਦੇ? ਤੁਹਾਡੇ ਵਰਗੇ ਵਿਦਵਾਨ ਨੂੰ ਮੇਰੇ ਮੂਰਖ ਦੇ ਕੋਲ ਕਿਉਂ ਭੇਜਿਆ? ਉਹਨਾਂ ਦਾ ਕੰਮ ਕਰਨ ਦਾ ਢੰਗ ਹੀ ਕਲਪਨਾ ਤੋਂ ਪਰੇ ਹੈ। ਮੈਂ ਤਾਂ ਇਸ ਵਿਸ਼ੇ ਵਿੱਚ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਉਹ ਦੁਨਿਆਵੀ ਨਹੀਂ ਹਨ। ਇਸ ਭੂਮਿਕਾ ਦੇ ਨਾਲ ਹੀ ਸ਼ਾਮਾ ਨੇ ਕਿਹਾ ਕਿ ਹੁਣ ਮੈਨੂੰ ਇੱਕ ਕਥਾ ਯਾਦ ਆ ਗਈ ਜਿਸ ਨੂੰ ਮੈਂ ਨਿੱਜੀ ਰੂਪ 'ਚ ਜਾਣਦਾ ਹਾਂ। ਜਿਸ ਤਰ੍ਹਾਂ ਦੀ ਭਗਤ ਦੀ ਸ਼ਰਧਾ ਅਤੇ ਭਾਵ ਹੁੰਦਾ ਹੈ, ਬਾਬਾ ਵੀ ਉਸ ਤਰ੍ਹਾਂ ਉਸ ਦੀ ਮਦਦ ਕਰਦੇ ਹਨ। ਕਦੀ ਕਦੀ ਤਾਂ ਬਾਬਾ ਭਗਤ ਦੀ ਸਖਤ ਪ੍ਰੀਖਿਆ ਲੈ ਕੇ ਹੀ ਉਸ ਨੂੰ ਉਪਦੇਸ਼ ਦਿੰਦੇ ਹਨ। ਉਪਦੇਸ਼ ਸ਼ਬਦ ਸੁਣ ਕੇ ਸਾਠੇ ਦੇ ਗੁਰੂ ਚਰਿੱਤਰ ਦੇ ਪਾਠ ਦੀ ਘਟਨਾ ਨੂੰ ਉਸ ਵੇਲੇ ਯਾਦ ਕਰਕੇ ਹਿਮਾੜਪੰਤ ਦੇ ਲੂਹ ਕੰਡੇ ਖੜੇ ਹੋ ਗਏ। ਉਹਨਾਂ ਨੇ ਸੋਚਿਆ ਕਿ ਸ਼ਾਇਦ ਬਾਬਾ ਨੇ ਮੇਰੇ ਚਿੱਤ ਦੀ ਚੰਚਲਤਾ ਨਸ਼ਟ ਕਰਨ ਦੇ ਲਈ ਹੀ ਮੈਨੂੰ ਇੱਥੇ ਭੇਜਿਆ ਹੈ। ਫਿਰ ਵੀ ਉਹ ਆਪਣੇ ਵਿਚਾਰ ਨਾ ਦੱਸ ਕੇ ਸ਼ਾਮਾ ਦੀ ਕਥਾ ਨੂੰ ਧਿਆਨ ਨਾਲ ਸੁਣਨ ਲੱਗੇ। ਉਹਨਾਂ ਸਾਰੀਆਂ ਕਥਾਵਾਂ ਦਾ ਨਿਚੋੜ ਸਿਰਫ ਇਹੀ ਸੀ ਕਿ ਆਪਣੇ ਭਗਤਾਂ ਦੇ ਲਈ ਬਾਬਾ ਦੇ ਦਿਲ ਵਿੱਚ ਕਿੰਨੀ ਦਇਆ ਤੇ ਪਿਆਰ ਹੈ। ਇਹਨਾਂ ਕਥਾਵਾਂ ਨੂੰ ਸ਼ਰਵਣ ਕਰਕੇ ਹਿਮਾੜਪੰਤ ਨੇ ਅੰਦਰੂਨੀ ਖੁਸ਼ੀ ਅਤੇ ਮਹਿਸੂਸ ਹੋਣ ਲੱਗੀ। ਤਾਂ ਸ਼ਾਮਾ ਨੇ ਹੇਠ ਲਿਖੀ ਕਥਾ ਸੁਣਾਈ। ਸ਼੍ਰੀਮਤੀ ਰਾਧਾਬਾਈ ਦੇਸ਼ਮੁਖ। ਇੱਕ ਵਾਰੀ ਇੱਕ ਬਜ਼ੁਰਗ ਔਰਤ ਸ਼੍ਰੀਮਤੀ ਰਾਧਾਬਾਈ, ਜਿਹੜੀ ਖਾਸ਼ਾਬਾ ਦੇਸ਼ਮੁਖ ਦੀ ਮਾਂ ਸੀ, ਬਾਬਾ ਦੀ ਕੀਰਤੀ ਸੁਣ ਕੇ ਸੰਗਮਨੇਰ ਦੇ ਲੋਕਾਂ ਦੇ ਨਾਲ ਛਿੜੜੀ ਆਈ। ਬਾਬਾ ਦੇ ਦਰਸ਼ਨ ਕਰਕੇ ਉਸ ਨੂੰ ਬਹੁਤ ਪ੍ਰਸੰਨਤਾ ਹੋਈ। ਸ਼੍ਰੀ ਸਾਈਂ ਚਰਨਾਂ ਵਿੱਚ ਉਹਨਾਂ ਦੀ ਅਟਲ ਸ਼ਰਧਾ ਸੀ। ਇਸ ਲਈ ਉਹਨਾਂ ਨੇ ਇਹ ਇਰਾਦਾ ਕੀਤਾ ਕਿ ਜਿਵੇਂ ਵੀ ਹੋਵੇ ਬਾਬਾ ਨੂੰ ਆਪਣਾ ਗੁਰੂ ਧਾਰ ਕੇ ਉਹਨਾਂ ਕੋਲੋਂ ਉਪਦੇਸ਼ ਲਿਆ ਜਾਵੇ। ਮਰਨ ਵਰਤ ਦਾ ਪੱਕਾ ਇਰਾਦਾ ਕਰਕੇ ਆਪਣੇ ਆਰਾਮ ਘਰ ਵਿੱਚ ਆ ਕੇ ਉਹਨਾਂ ਨੇ ਅੰਨ ਪਾਣੀ ਤਿਆਗ ਦਿੱਤਾ ਅਤੇ ਇਸ ਤਰ੍ਹਾਂ 3 ਦਿਨ ਬੀਤ ਗਏ। ਮੈਂ ਇਸ ਬਜ਼ੁਰਗ ਔਰਤ ਦੀ ਅਗਨੀ ਪ੍ਰੀਖਿਆ ਤੋਂ ਬਿਲਕੁਲ ਡਰ ਗਿਆ ਤੇ ਬਾਬਾ ਨੂੰ ਬੇਨਤੀ ਕਰਨ ਲੱਗਾ ਕਿ ਹੇ ਦੇਵਾ, ਤੁਸੀਂ ਹੁਣ ਇਹ ਕੀ ਕਰਨਾ ਸ਼ੁਰੂ ਕਰ ਦਿੱਤਾ ਹੈ? ਇਸ ਤਰ੍ਹਾਂ ਕਿੰਨੇ ਲੋਕਾਂ ਨੂੰ ਤੁਸੀਂ ਇੱਥੇ ਖਿੱਚ ਲਿਆਉਂਦੇ ਹੋ। ਤੁਸੀਂ ਉਸ ਬਜ਼ੁਰਗ ਔਰਤ ਨੂੰ ਪੂਰੀ ਤਰ੍ਹਾਂ ਜਾਣਦੇ ਹੋ ਜਿਹੜੀ ਜ਼ਿੱਦ ਕਰਕੇ ਤੁਹਾਡੇ ਆਸਰੇ ਹੈ। ਜੇ ਤੁਸੀਂ ਕਿਰਪਾ ਕਰਕੇ ਉਸ ਨੂੰ ਉਪਦੇਸ਼ ਨਾ ਦਿੱਤਾ ਅਤੇ ਜੇ ਬਦਕਿਸਮਤੀ ਦੇ ਨਾਲ ਉਸ ਨੂੰ ਕੁਝ ਹੋ ਗਿਆ ਤਾਂ ਲੋਕ ਵਿਅਰਥ ਹੀ ਤੁਹਾਨੂੰ ਦੋਸ਼ੀ ਸਮਝਣਗੇ ਅਤੇ ਕਹਿਣਗੇ ਕਿ ਬਾਬਾ ਕੋਲੋਂ ਉਪਦੇਸ਼ ਨਾ ਮਿਲਣ ਕਰਕੇ ਉਸ ਦੀ ਮੌਤ ਹੋ ਗਈ। ਇਸ ਲਈ ਹੁਣ ਦਇਆ ਕਰਕੇ ਉਸ ਨੂੰ ਸੀਸ ਅਤੇ ਉਪਦੇਸ਼ ਦੇ ਦਿਓ। ਬਜ਼ੁਰਗ ਔਰਤ ਦਾ ਇਸ ਤਰ੍ਹਾਂ ਪੱਕਾ ਇਰਾਦਾ ਦੇਖ ਕੇ ਬਾਬਾ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਸੁੰਦਰ ਉਪਦੇਸ਼ ਦੇ ਕੇ ਉਸ ਦੇ ਮਨ ਦੀ ਸੋਚ ਬਦਲ ਕੇ ਕਿਹਾ ਕਿ ਹੇ ਮਾਂ, ਕਿਉਂ ਵਿਅਰਥ ਹੀ ਤਕਲੀਫਾਂ ਤਸੀਹੇ ਸਹਿ ਕੇ ਮੌਤ ਦੇ ਗਲੇ ਲਗਵਾਉਣਾ ਚਾਹੁੰਦੀ ਹੈ? ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ। ਤੂੰ ਮੇਰੇ ਤੇ ਦਇਆ ਕਰ ਅਤੇ ਜੇ ਕੁਝ ਮੈਂ ਕਹਾਂ ਉਸ ਨੂੰ ਧਿਆਨ ਨਾਲ ਸੁਣੋ। ਮੈਂ ਆਪਣੇ ਆਪ ਦੀ ਕਥਾ ਤੁਹਾਨੂੰ ਸੁਣਾਉਂਦਾ ਅਤੇ ਤੁਸੀਂ ਉਸ ਨੂੰ ਧਿਆਨ ਨਾਲ ਸਰਵਣ ਕਰੋਗੇ ਤਾਂ ਤੁਹਾਨੂੰ ਜ਼ਰੂਰ ਪਰਮ ਸ਼ਾਂਤੀ ਮਿਲੇਗੀ। ਮੇਰੇ ਇੱਕ ਗੁਰੂ ਜਿਹੜੇ ਬੜੇ ਸਿੱਧ ਪੁਰਖ ਸੀ, ਮੇਰੇ ਉੱਤੇ ਬਹੁਤ ਦਿਆਲੂ ਸਨ। ਬਹੁਤ ਦੇਰ ਤੱਕ ਮੈਂ ਉਹਨਾਂ ਦੀ ਸੇਵਾ ਕਰਦਾ ਰਿਹਾ, ਫਿਰ ਵੀ ਉਹਨਾਂ ਨੇ ਮੇਰੇ ਕੰਨਾਂ ਵਿੱਚ ਕੋਈ ਵੀ ਮੰਤਰ ਨਹੀਂ ਫੂਕਿਆ। ਮੈਂ ਉਹਨਾਂ ਤੋਂ ਕਦੀ ਅਲੱਗ ਹੋਣਾ ਵੀ ਨਹੀਂ ਚਾਹੁੰਦਾ ਸੀ। ਮੇਰੇ ਬਹੁਤ ਤੀਬਰ ਇੱਛਾ ਸੀ ਕਿ ਉਹਨਾਂ ਦੀ ਸੇਵਾ ਕਰਕੇ ਜਿਸ ਤਰ੍ਹਾਂ ਵੀ ਸੰਭਵ ਹੋ ਸਕੇ ਮੰਤਰ ਪ੍ਰਾਪਤ ਕਰਾਂ, ਪਰ ਉਹਨਾਂ ਦਾ ਢੰਗ ਤਾਂ ਨਿਆਰਾ ਹੀ ਸੀ। ਉਹਨਾਂ ਨੇ ਪਹਿਲਾਂ ਮੇਰਾ ਮੁੰਡਨ ਕਰਕੇ ਮੇਰੇ ਕੋਲੋਂ 2 ਪੈਸੇ ਦੀ ਦਕਸ਼ਨਾ ਮੰਗੀ, ਜਿਹੜੇ ਮੈਂ ਫਟਾਫਟ ਹੀ ਦੇ ਦਿੱਤੇ। ਤੇ ਤੁਸੀਂ ਸਵਾਲ ਕਰੋ ਕਿ ਮੇਰੇ ਗੁਰੂ ਜਦੋਂ ਪੂਰੇ ਕਾਮਨਾ ਰਹਿਤ ਸੀ ਤਾਂ ਉਹਨਾਂ ਨੂੰ ਪੈਸੇ ਮੰਗਣਾ ਕੀ ਸ਼ੋਭਾ ਦਿੰਦਾ ਸੀ? ਅਤੇ ਫਿਰ ਉਹਨਾਂ ਨੇ ਉਦਾਸੀਨ ਵੀ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ?
ਇਸ ਦਾ ਜਵਾਬ ਸਿਰਫ ਇਹ ਹੈ ਕਿ ਉਹ ਧਨ ਨੂੰ ਠੁਕਰਾਉਂਦੇ ਸੀ ਕਿਉਂਕਿ ਉਹਨਾਂ ਨੂੰ ਉਸ 'ਤੇ ਸੁਪਨੇ ਵਿੱਚ ਵੀ ਕਦੇ ਜ਼ਰੂਰਤ ਨਹੀਂ ਸੀ। ਉਹਨਾਂ 2 ਪੈਸਿਆਂ ਦਾ ਅਰਥ ਸੀ ਪੱਕੀ ਸ਼ਰਧਾ ਅਤੇ ਧੀਰਜ। ਜਦੋਂ ਮੈਂ ਇਹ ਦੋਵੇਂ ਚੀਜ਼ਾਂ ਉਹਨਾਂ ਨੂੰ ਅਰਪਣ ਕਰ ਦਿੱਤੀਆਂ ਤਾਂ ਉਹ ਬਹੁਤ ਪ੍ਰਸੰਨ ਹੋਏ। ਮੈਂ 12 ਸਾਲ ਉਹਨਾਂ ਦੀ ਸ਼੍ਰੀ ਚਰਨਾਂ ਦੀ ਸੇਵਾ ਵਿੱਚ ਗੁਜ਼ਾਰੇ। ਉਹਨਾਂ ਨੇ ਹੀ ਮੇਰਾ ਪਾਲਣ ਪੋਸ਼ਣ ਕੀਤਾ। ਮੈਨੂੰ ਭੋਜਨ ਅਤੇ ਕੱਪੜਿਆਂ ਦੀ ਕੋਈ ਘਾਟ ਨਹੀਂ ਸੀ। ਉਹ ਪਿਆਰ ਦੀ ਮੂਰਤੀ ਸਨ ਅਤੇ ਇਸ ਤਰ੍ਹਾਂ ਕਹੋ ਕਿ ਪਿਆਰ ਦੇ ਪ੍ਰਤੱਖ ਅਵਤਾਰ ਸਨ। ਮੈਂ ਉਹਨਾਂ ਦੀ ਵਰਣਨ ਹੀ ਕਿਸ ਤਰ੍ਹਾਂ ਕਰ ਸਕਦਾ ਕਿਉਂਕਿ ਉਹਨਾਂ ਨੇ ਤਾਂ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਅਤੇ ਉਹਨਾਂ ਵਰਗਾ ਕੋਈ ਵਿਰਲਾ ਹੀ ਗੁਰੂ ਮਿਲੇਗਾ। ਜਦੋਂ ਮੈਂ ਉਹਨਾਂ ਵੱਲ ਦੇਖਦਾ ਤਾਂ ਮੈਨੂੰ ਇੱਦਾਂ ਲੱਗਦਾ ਕਿ ਉਹ ਗੰਭੀਰ ਮੁਦਰਾ ਵਿੱਚ ਧਿਆਨ ਨੂੰ ਮਗਨ ਹਨ ਅਤੇ ਉਦੋਂ ਅਸੀਂ ਦੋਵੇਂ ਖੁਸ਼ ਹੋ ਜਾਂਦੇ। 8 ਪੈਰ ਮੈਂ ਟਿਕੀ ਲਗਾ ਕੇ ਉਹਨਾਂ ਦੇ ਹੀ ਸ਼੍ਰੀ ਮੁਖ ਵੱਲ ਵੇਖਦਾ ਰਹਿੰਦਾ ਸੀ। ਮੈਂ ਭੁੱਖ ਅਤੇ ਪਿਆਸ ਦੀ ਸ਼ੁੱਧ ਬੁੱਧ ਖੋ ਬੈਠਾ ਸੀ। ਉਹਨਾਂ ਦੇ ਦਰਸ਼ਨਾਂ ਤੋਂ ਬਿਨਾਂ ਮੈਂ ਬੇਚੈਨ ਹੋ ਜਾਂਦਾ ਸੀ। ਗੁਰੂ ਸੇਵਾ ਦੀ ਫਿਕਰ ਦੇ ਇਲਾਵਾ ਮੇਰੇ ਲਈ ਹੋਰ ਕੋਈ ਫਿਕਰ ਕਰਨ ਵਾਲੀ ਚੀਜ਼ ਨਹੀਂ ਸੀ। ਮੈਨੂੰ ਤਾਂ ਹਮੇਸ਼ਾ ਉਹਨਾਂ ਦਾ ਧਿਆਨ ਰਹਿੰਦਾ ਸੀ, ਇਸ ਲਈ ਮੇਰਾ ਮਨ ਉਹਨਾਂ ਦੇ ਚਰਨ ਕਮਲਾਂ ਵਿੱਚ ਲੀਨ ਹੋ ਗਿਆ। ਇਹ ਹੋਈ 1 ਪੈਸੇ ਦੀ ਦਕਸ਼ਨਾ। ਧੀਰਜ ਹੈ ਦੂਸਰਾ ਪੈਸਾ। ਮੈਂ ਧੀਰਜ ਨਾਲ ਬਹੁਤ ਦੇਰ ਤੱਕ ਇੰਤਜ਼ਾਰ ਕਰਕੇ ਗੁਰੂ ਸੇਵਾ ਕਰਦਾ ਰਿਹਾ। ਇਹ ਹੀ ਧੀਰਜ ਤੁਹਾਨੂੰ ਵੀ ਭਵਸਾਗਰ ਤੋਂ ਪਾਰ ਉਤਾਰ ਦੇਵੇਗਾ। ਧੀਰਜ ਹੀ ਮਨੁੱਖ ਵਿੱਚ ਮਨੁੱਖਤਾ ਹੈ। ਧੀਰਜ ਧਾਰਨ ਕਰਨ ਨਾਲ ਸਾਰੇ ਪਾਪ ਅਤੇ ਮੋਹ ਨਸ਼ਟ ਹੋ ਕੇ ਉਹਨਾਂ ਦੀਆਂ ਹਰ ਤਰ੍ਹਾਂ ਦੀਆਂ ਤਕਲੀਫਾਂ ਦੂਰ ਹੁੰਦੀਆਂ ਹਨ ਅਤੇ ਡਰ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਤੁਹਾਨੂੰ ਵੀ ਆਪਣੇ ਮੰਤਵ ਦੀ ਪ੍ਰਾਪਤੀ ਹੋ ਜਾਏਗੀ। ਧੀਰਜ ਤਾਂ ਗੁਣਾਂ ਦੀ ਖਾਨ ਅਤੇ ਉੱਤਮ ਵਿਚਾਰਾਂ ਦੀ ਜਨਨੀ ਹੈ। ਸ਼ਰਧਾ ਅਤੇ ਧੀਰਜ 2 ਜੁੜਵਾ ਭੈਣਾਂ ਵਾਂਗ ਹੀ ਹਨ ਜਿਨ੍ਹਾਂ ਵਿੱਚ ਇੱਕੋ ਜਿਹਾ ਆਪਸੀ ਡੂੰਘਾ ਪਿਆਰ ਹੈ। ਮੇਰੇ ਗੁਰੂ ਮੇਰੇ ਕੋਲੋਂ ਕਿਸੇ ਚੀਜ਼ ਦੀ ਉਮੀਦ ਨਹੀਂ ਰੱਖਦੇ ਸੀ। ਉਹਨਾਂ ਨੇ ਕਦੀ ਮੈਨੂੰ ਮੇਰੀ ਲਾਪਰਵਾਹੀ ਨਹੀਂ ਕੀਤੀ, ਹਮੇਸ਼ਾ ਮੇਰੀ ਰੱਖਿਆ ਹੀ ਕਰਦੇ ਸੀ। ਭਾਵੇਂ ਮੈਂ ਹਮੇਸ਼ਾ ਉਹਨਾਂ ਦੇ ਚਰਨਾਂ ਦੇ ਕੋਲ ਹੀ ਰਹਿੰਦਾ ਸੀ, ਫਿਰ ਵੀ ਕਦੇ ਕਿਸੇ ਹੋਰ ਜਗ੍ਹਾ ਤੋਂ ਲੈ ਜਾਂਦਾ ਤਾਂ ਵੀ ਮੇਰੇ ਪਿਆਰ ਵਿੱਚ ਕਦੀ ਘਾਟ ਨਹੀਂ ਹੋਈ। ਉਹ ਸਦਾ ਮੇਰੇ 'ਤੇ ਕਿਰਪਾ ਦ੍ਰਿਸ਼ਟੀ ਰੱਖਦੇ ਸੀ। ਜਿਸ ਤਰ੍ਹਾਂ ਕੱਛੂ ਕੁੰਮੀ ਪ੍ਰੇਮ ਦ੍ਰਿਸ਼ਟੀ ਨਾਲ ਆਪਣੇ ਬੱਚਿਆਂ ਦਾ ਪਾਲਣ ਕਰਦੀ ਹੈ, ਭਾਵੇਂ ਉਹ ਉਸਦੇ ਕੋਲ ਹੋਣ ਜਾਂ ਨਦੀ ਦੇ ਦੂਸਰੇ ਪਾਰ। ਸੋ ਹੇਮਾ, ਮੇਰੇ ਗੁਰੂ ਨੇ ਤਾਂ ਮੈਨੂੰ ਕੋਈ ਮੰਤਰ ਸਿੱਖਿਆ ਹੀ ਨਹੀਂ ਦਿੱਤੀ, ਤਾਂ ਮੈਂ ਤੁਹਾਡੇ ਕੰਨ ਵਿੱਚ ਕਿਸ ਤਰ੍ਹਾਂ ਕੋਈ ਮੰਤਰ ਫੂਕਾਂ। ਸਿਰਫ ਇੰਨਾ ਹੀ ਧਿਆਨ ਰੱਖੋ ਕਿ ਗੁਰੂ ਦੀ ਵੀ ਕੱਛੂ ਕੁੰਮੀ ਵਾਂਗ ਹੀ ਪ੍ਰੇਮ ਦ੍ਰਿਸ਼ਟੀ ਸਾਨੂੰ ਸੰਤੋਖ ਪ੍ਰਾਪਤ ਹੁੰਦਾ ਹੈ। ਇਸ ਕਰਕੇ ਵਿਅਰਥ ਵਿੱਚ ਕਿਸੇ ਕੋਲੋਂ ਉਪਦੇਸ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕਰੋ। ਮੈਨੂੰ ਹੀ ਆਪਣੇ ਵਿਚਾਰਾਂ ਅਤੇ ਕਰਮਾਂ ਦਾ ਮੁੱਖ ਉਦੇਸ਼ ਬਣਾ ਲਵੋ ਅਤੇ ਉਦੋਂ ਤੁਹਾਨੂੰ ਬਿਨਾਂ ਸ਼ੱਕ ਹੀ ਪਰਮਾਰਥ ਦੀ ਪ੍ਰਾਪਤੀ ਹੋ ਜਾਵੇਗੀ। ਮੇਰੇ ਵੱਲ ਇਕਾਗਰ ਭਾਵ ਨਾਲ ਦੇਖੋ ਤੇ ਮੈਂ ਵੀ ਤੁਹਾਡੇ ਵੱਲ ਇਸੇ ਤਰ੍ਹਾਂ ਦੇਖਾਂਗਾ। ਇਸ ਮਸਜਿਦ ਵਿੱਚ ਬੈਠ ਕੇ ਮੈਂ ਸੱਚ ਹੀ ਬੋਲਾਂਗਾ ਕਿ ਕੋਈ ਸਾਧਨਾਵਾਂ ਦਾ ਜਾਂ ਸ਼ਾਸਤਰਾਂ ਦਾ ਅਧਿਐਨ ਦੀ ਜ਼ਰੂਰਤ ਨਹੀਂ, ਬਲਕਿ ਸਿਰਫ ਗੁਰੂ ਵਿੱਚ ਭਰੋਸਾ ਹੀ ਕਾਫੀ ਹੈ। ਪੂਰਾ ਭਰੋਸਾ ਰੱਖੋ ਕਿ ਗੁਰੂ ਹੀ ਕਰਨ ਵਾਲਾ ਹੈ ਅਤੇ ਉਹ ਤਨ ਹੈ ਜਿਹੜਾ ਗੁਰੂ ਦੀ ਮਹਾਨਤਾ ਤੋਂ ਜਾਣੂ ਹੋ ਕੇ ਉਸਨੂੰ ਹਰ ਅਤੇ ਬ੍ਰਹਮਾ ਯਾਨੀ ਕਿ ਤ੍ਰਿਮੂਰਤੀ ਦਾ ਅਵਤਾਰ ਸਮਝਦਾ ਹੈ। ਇਸ ਤਰ੍ਹਾਂ ਸਮਝਾਉਣ ਨਾਲ ਬਜ਼ੁਰਗ ਔਰਤ ਨੂੰ ਤਸੱਲੀ ਹੋਈ ਅਤੇ ਉਸਨੇ ਬਾਬਾ ਨੂੰ ਨਮਨ ਕਰਕੇ ਆਪਣਾ ਵਰਤ ਛੱਡ ਦਿੱਤਾ। ਇਹ ਕਥਾ ਧਿਆਨ ਨਾਲ ਇਕਾਗਰ ਹੋ ਕੇ ਸ਼ਰਵਣ ਕਰਕੇ ਹੀ ਅਤੇ ਉਸ ਦੇ ਠੀਕ ਅਰਥ 'ਤੇ ਵਿਚਾਰ ਕਰਕੇ ਹਿਮਾਡ ਪੰਥ ਨੂੰ ਬਹੁਤ ਹੈਰਾਨਗੀ ਹੋਈ। ਉਹਨਾਂ ਦਾ ਦਿਲ ਭਰ ਆਇਆ ਅਤੇ ਉਹਨਾਂ ਨੂੰ ਦੇ ਲੂ ਕੰਡੇ ਖੜੇ ਹੋ ਗਏ। ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਤੇ ਉਹਨਾਂ ਦਾ ਗਲਾ ਭਰ ਗਿਆ ਤੇ ਮੂੰਹ ਵਿੱਚੋਂ ਇੱਕ ਵੀ ਸ਼ਬਦ ਨਹੀਂ ਬੋਲ ਸਕੇ। ਉਹਨਾਂ ਦੀ ਇਹ ਹਾਲਤ ਦੇਖ ਕੇ ਸ਼ਾਮਾ ਨੇ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਹੱਕੇ ਬੱਕੇ ਕਿਉਂ ਹੋ ਗਏ ਹੋ? ਗੱਲ ਕੀ ਹੈ? ਬਾਬਾ ਦੀਆਂ ਤਾਂ ਇਸ ਤਰ੍ਹਾਂ ਦੀਆਂ ਲੀਲਾਵਾਂ ਬੇਹਿਸਾਬ ਹਨ ਜਿਨ੍ਹਾਂ ਦਾ ਵਰਣਨ ਮੈਂ ਕਿਸ ਮੂੰਹ ਨਾਲ ਕਰਾਂ। ਠੀਕ ਉਸ ਵੇਲੇ ਮਸਜਿਦ ਵਿੱਚ ਘੰਟੀਆਂ ਵੱਜਣ ਲੱਗੀਆਂ ਜੋ ਕਿ ਦੁਪਹਿਰ ਦੇ ਪੂਜਾ ਅਤੇ ਆਰਤੀ ਦੇ ਸ਼ੁਰੂ ਹੋਣ ਦਾ ਸੂਚਕ ਸੀ। ਉਦੋਂ ਸ਼ਾਮਾ ਤੇ ਹਿਮਾਡ ਪੰਥ ਵੀ ਛੇਤੀ ਨਾਲ ਮਸਜਿਦ ਵੱਲ ਚੱਲ ਪਏ। ਬਾਪੂ ਸਾਹਿਬ ਜੋਗ ਨੇ ਪੂਜਾ ਸ਼ੁਰੂ ਕਰ ਦਿੱਤੀ ਸੀ। ਔਰਤਾਂ ਮਸਜਿਦ ਵਿੱਚ ਉੱਪਰ ਖੜੀਆਂ ਸੀ ਅਤੇ ਆਦਮੀ ਥੱਲੇ ਵਿਹੜੇ ਵਿੱਚ। ਸਾਰੇ ਉੱਚੀ ਆਵਾਜ਼ ਵਿੱਚ ਸਾਜ਼ਾਂ ਦੇ ਨਾਲ ਨਾਲ ਆਰਤੀ ਗਾ ਰਹੇ ਸੀ। ਉਸ ਵੇਲੇ ਹਿਮਾਡ ਪੰਥ ਦਾ ਹੱਥ ਫੜ ਕੇ ਸ਼ਾਮਾ ਵੀ ਉੱਪਰ ਪਹੁੰਚੇ ਅਤੇ ਉਹ ਬਾਬਾ ਦੇ ਸੱਜੇ ਪਾਸੇ ਦੇ ਹਿਮਾਡ ਪੰਥ ਬਾਬਾ ਦੇ ਸਾਹਮਣੇ ਬੈਠ ਗਏ। ਉਹਨਾਂ ਨੂੰ ਦੇਖ ਕੇ ਬਾਬਾ ਨੇ ਸ਼ਾਮਾ ਵੱਲੋਂ ਲਿਆਉਂਦੀ ਹੋਈ ਦਕਸ਼ਨਾ ਦੇਣ ਲਈ ਕਿਹਾ ਤਾਂ ਹਿਮਾਡ ਪੰਥ ਨੇ ਜਵਾਬ ਦਿੱਤਾ ਕਿ ਰੁਪਇਆ ਤਾਂ
ਰੁਪਿਆਂ ਦੀ ਥਾਂ ਸ਼ਾਮਾਂ ਨੇ ਮੇਰੇ ਹੱਥ ਤੁਹਾਨੂੰ 15 ਨਮਸਕਾਰ ਭੇਜੇ ਹਨ ਅਤੇ ਆਪ ਵੀ ਇੱਥੇ ਆ ਕੇ ਹਾਜ਼ਰ ਹੋ ਗਏ ਹਨ। ਬਾਬਾ ਨੇ ਕਿਹਾ, ਚੰਗਾ ਠੀਕ ਹੈ, ਤਾਂ ਹੁਣ ਮੈਨੂੰ ਇਹ ਦੱਸੋ ਕਿ ਤੁਹਾਡੇ ਦੋਵਾਂ ਵਿੱਚ ਆਪਸ ਵਿੱਚ ਕਿਸ ਵਿਸ਼ੇ 'ਤੇ ਗੱਲਬਾਤ ਹੋਈ ਹੈ। ਇਸ ਵਕਤ ਘੰਟੇ, ਢੋਲ ਅਤੇ ਸਾਰਿਆਂ ਦੇ ਗਾਣ ਦੀ ਆਵਾਜ਼ ਦੀ ਚਿੰਤਾ ਨਾ ਕਰਦੇ ਹੋਏ ਹਿਮਾਟਪੰਤ ਉਤਾਵਲੇ ਹੋ ਕੇ ਉਹਨਾਂ ਨੂੰ ਉਹ ਗੱਲਬਾਤ ਸੁਣਾਉਣ ਲੱਗ ਪਏ। ਬਾਬਾ ਵੀ ਸੁਣਨ ਲਈ ਬਹੁਤ ਉਤਾਵਲੇ ਸੀ, ਇਸ ਲਈ ਉਹ ਸਿਰਹਾਣਾ ਛੱਡ ਕੇ ਥੋੜ੍ਹਾ ਅੱਗੇ ਨੂੰ ਝੁਕ ਗਏ। ਹਿਮਾਟਪੰਤ ਨੇ ਕਿਹਾ, ਗੱਲਬਾਤ ਬਹੁਤ ਸੁੱਖ ਦੇਣ ਵਾਲੀ ਸੀ, ਖਾਸ ਕਰਕੇ ਉਹ ਬਜ਼ੁਰਗ ਔਰਤ ਦੀ ਕਥਾ ਤਾਂ ਇੰਨੀ ਅਜੀਬ ਸੀ ਕਿ ਜਿਸ ਨੂੰ ਸੁਣ ਕੇ ਮੈਨੂੰ ਉਸੇ ਵੇਲੇ ਹੀ ਵਿਚਾਰ ਆਇਆ ਕਿ ਤੁਹਾਡੀ ਲੀਲਾਵਾਂ ਬੇਅੰਤ ਹਨ ਅਤੇ ਇਸ ਕਥਾ ਦੀ ਓਟ ਵਿੱਚ ਤੁਸੀਂ ਮੇਰੇ 'ਤੇ ਖਾਸ ਕਿਰਪਾ ਕੀਤੀ ਹੈ। ਤਾਂ ਬਾਬਾ ਨੇ ਕਿਹਾ, ਉਹ ਤਾਂ ਬਹੁਤ ਹੈਰਾਨ ਕਰਨ ਵਾਲੀ ਹੈ। ਹੁਣ ਮੇਰੀ ਤੇਰੇ 'ਤੇ ਕਿਰਪਾ ਕਿਵੇਂ ਹੋਈ, ਇਸ ਦਾ ਪੂਰਾ ਵਿਸਤਾਰ ਸੁਣਾਓ। ਕੁਝ ਦੇਰ ਪਹਿਲਾਂ ਸੁਣੀ ਗੱਲਬਾਤ ਜਿਹੜੀ ਉਹਨਾਂ ਦੇ ਦਿਲ 'ਤੇ ਛਪ ਚੁੱਕੀ ਸੀ, ਉਹ ਸਾਰੀ ਉਹਨਾਂ ਨੇ ਬਾਬਾ ਨੂੰ ਸੁਣਾ ਦਿੱਤੀ। ਕਥਾ ਸੁਣ ਕੇ ਬਾਬਾ ਬਹੁਤ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਕਥਾ ਨਾਲ ਪ੍ਰਭਾਵਿਤ ਹੋ ਕੇ ਉਸ ਦਾ ਅਰਥ ਵੀ ਤੁਹਾਡੀ ਸਮਝ ਵਿੱਚ ਆਇਆ ਹੈ। ਤਾਂ ਹਿਮਾਟਪੰਤ ਨੇ ਜਵਾਬ ਦਿੱਤਾ ਕਿ ਹਾਂ ਬਾਬਾ, ਆਇਆ ਤਾਂ ਹੈ। ਉਸ ਨਾਲ ਮੇਰੇ ਚਿੱਤ ਦੀ ਚੰਚਲਤਾ ਨਸ਼ਟ ਹੋ ਗਈ। ਹੁਣ ਅਸਲ ਵਿੱਚ ਮੈਂ ਅਸਲੀ ਸ਼ਾਂਤੀ ਅਤੇ ਸੁੱਖ ਦਾ ਅਨੁਭਵ ਕਰ ਰਿਹਾ ਹਾਂ ਅਤੇ ਮੈਨੂੰ ਸੱਚੇ ਰਾਹ ਦਾ ਪਤਾ ਲੱਗ ਗਿਆ ਹੈ। ਫਿਰ ਬਾਬਾ ਬੋਲੇ, ਸੁਣੋ, ਮੇਰਾ ਢੰਗ ਹੀ ਨਿਰਾਲਾ ਹੈ। ਜੇ ਇਸ ਕਥਾ ਨੂੰ ਯਾਦ ਰੱਖੋਗੇ ਤਾਂ ਇਹ ਬਹੁਤ ਹੀ ਲਾਭਕਾਰੀ ਸਿੱਧ ਹੋਵੇਗੀ। ਆਤਮ ਗਿਆਨ ਪ੍ਰਾਪਤ ਕਰਨ ਦੇ ਲਈ ਧਿਆਨ ਬਹੁਤ ਜ਼ਰੂਰੀ ਹੈ ਅਤੇ ਜੇ ਤੁਸੀਂ ਇਸ ਦਾ ਲਗਾਤਾਰ ਅਭਿਆਸ ਕਰਦੇ ਰਹੋਗੇ ਤਾਂ ਮੰਦੀਆਂ ਪ੍ਰਵਿਰਤੀਆਂ ਸ਼ਾਂਤ ਹੋ ਜਾਣਗੀਆਂ। ਤੁਹਾਨੂੰ ਮੋਹ ਰਹਿਤ ਹੋ ਕੇ ਹਮੇਸ਼ਾ ਈਸ਼ਵਰ ਦਾ ਧਿਆਨ ਕਰਨਾ ਚਾਹੀਦਾ ਹੈ, ਜਿਹੜਾ ਸਾਰੇ ਪ੍ਰਾਣੀਆਂ ਵਿੱਚ ਵਸਿਆ ਹੈ ਅਤੇ ਜਦੋਂ ਇਸ ਤਰ੍ਹਾਂ ਦਾ ਮਨ ਇਕਾਗਰ ਹੋ ਜਾਵੇਗਾ ਤਾਂ ਤੁਹਾਨੂੰ ਮੰਤਵ ਦੀ ਪ੍ਰਾਪਤੀ ਹੋ ਜਾਏਗੀ। ਮੇਰਾ ਨਿਰਾਕਾਰ ਸਚਿਦਾਨੰਦ ਸਰੂਪ ਦਾ ਧਿਆਨ ਕਰੋ। ਜਿਵੇਂ ਕਿ ਮੈਨੂੰ ਦਿਨ ਰਾਤ ਇੱਥੇ ਦੇਖਦੇ ਹੋ, ਉਸ ਤਰ੍ਹਾਂ ਤੁਹਾਡੀਆਂ ਪ੍ਰਵਿਰਤੀਆਂ ਇਕੱਠੀਆਂ ਹੋ ਜਾਣਗੀਆਂ ਅਤੇ ਧਿਆਨ ਅਤੇ ਮੰਤਵ ਦਾ ਫਰਕ ਨਸ਼ਟ ਹੋ ਕੇ ਧਿਆਤਾ ਚਿਤ ਸਰੂਪ ਆਤਮਾ ਨਾਲ ਇੱਕ ਹੋ ਕੇ ਬ੍ਰਹਮ ਦੇ ਨਾਲ ਅਭਿੰਨ ਹੋ ਜਾਵੇਗਾ। ਕਚੂਕੁੰਮੀ ਨਦੀ ਦੇ ਇਸ ਕਿਨਾਰੇ 'ਤੇ ਰਹਿੰਦੀ ਹੈ ਅਤੇ ਉਸ ਦੇ ਬੱਚੇ ਦੂਸਰੇ ਕਿਨਾਰੇ 'ਤੇ। ਨਾ ਉਹ ਉਹਨਾਂ ਨੂੰ ਦੁੱਧ ਪਿਆਉਂਦੀ ਹੈ ਅਤੇ ਨਾ ਹੀ ਹਿਰਦੇ ਨਾਲ ਲਗਾਉਂਦੀ ਹੈ, ਬਲਕਿ ਸਿਰਫ ਉਸ ਦੀ ਪ੍ਰੇਮ ਦ੍ਰਿਸ਼ਟੀ ਨਾਲ ਹੀ ਉਹਨਾਂ ਦਾ ਪਾਲਣ ਪੋਸ਼ਣ ਹੋ ਜਾਂਦਾ ਹੈ। ਛੋਟੇ ਬੱਚੇ ਵੀ ਕੁਝ ਨਾ ਕਰਕੇ ਸਿਰਫ ਆਪਣੀ ਮਾਂ ਨੂੰ ਯਾਦ ਕਰਦੇ ਰਹਿੰਦੇ ਹਨ। ਉਹਨਾਂ ਛੋਟੇ ਛੋਟੇ ਬੱਚਿਆਂ 'ਤੇ ਕਚੂਕੁੰਮੀ ਦੇ ਸਿਰਫ ਨਜ਼ਰ ਹੀ ਉਹਨਾਂ ਨੂੰ ਅੰਮ੍ਰਿਤ ਤੁਲ ਆਹਾਰ ਅਤੇ ਆਨੰਦ ਦਿੰਦੀ ਹੈ। ਇਸ ਤਰ੍ਹਾਂ ਹੀ ਤੇ ਗੁਰੂ ਅਤੇ ਚੇਲੇ ਦੇ ਵੀ ਸੰਬੰਧ ਹੈ। ਬਾਬਾ ਨੇ ਇਹ ਆਖਰੀ ਸ਼ਬਦ ਕਹੀ ਸੀ ਕਿ ਆਰਤੀ ਖਤਮ ਹੋ ਗਈ ਅਤੇ ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਸ਼੍ਰੀ ਸਤਿਗੁਰੂ ਸਚਿਦਾਨੰਦ ਸਤਿਗੁਰੂ ਸਾਈਨਾਥ ਮਹਾਰਾਜ ਕੀ ਜੈ ਬੋਲੀ। ਪਿਆਰੇ ਪਾਠਕੋ, ਕਲਪਨਾ ਕਰੋ ਕਿ ਅਸੀਂ ਵੀ ਸਾਰੇ ਇਸ ਵੇਲੇ ਉਸੇ ਭੀੜ ਵਿੱਚ ਜੈ ਜੈਕਾਰ ਵਿੱਚ ਸ਼ਾਮਲ ਹਾਂ। ਆਰਤੀ ਖਤਮ ਹੋਣ 'ਤੇ ਪ੍ਰਸ਼ਾਦ ਵੰਡਿਆ ਗਿਆ। ਬਾਪੂ ਸਾਹਿਬ ਜੋਗ ਹਮੇਸ਼ਾ ਦੀ ਤਰ੍ਹਾਂ ਅੱਗੇ ਆਏ ਅਤੇ ਬਾਬਾ ਨੂੰ ਨਮਸਕਾਰ ਕਰਕੇ ਕੁਝ ਮਿਸ਼ਰੀ ਦਾ ਪ੍ਰਸ਼ਾਦ ਦਿੱਤਾ। ਇਹ ਮਿਸ਼ਰੀ ਹਿਮਾਟਪੰਤ ਨੂੰ ਦੇ ਕੇ ਬਾਬਾ ਬੋਲੇ ਕਿ ਜੇ ਤੁਸੀਂ ਇਸ ਕਥਾ ਨੂੰ ਚੰਗੀ ਤਰ੍ਹਾਂ ਨਾਲ ਹਮੇਸ਼ਾ ਯਾਦ ਰੱਖੋਗੇ ਤਾਂ ਤੁਹਾਡਾ ਹਾਲਤ ਵੀ ਇਸ ਮਿਸ਼ਰੀ ਵਰਗੀ ਮਿੱਠੀ ਹੋ ਜਾਵੇਗੀ ਅਤੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਅਤੇ ਤੁਸੀਂ ਸੁਖੀ ਹੋ ਜਾਓਗੇ। ਹਿਮਾਟਪੰਤ ਨੇ ਬਾਬਾ ਨੂੰ ਸਾਸ਼ਟਾਂਗ ਪ੍ਰਣਾਮ ਕੀਤਾ ਅਤੇ ਉਸਤਤ ਕੀਤੀ ਕਿ ਪ੍ਰਭੂ ਇਸੇ ਤਰ੍ਹਾਂ ਦਇਆ ਕਰਕੇ ਹਮੇਸ਼ਾ ਮੇਰੀ ਰੱਖਿਆ ਕਰਦੇ ਰਹੋ। ਤਾਂ ਬਾਬਾ ਨੇ ਆਸ਼ੀਰਵਾਦ ਦੇ ਕੇ ਕਿਹਾ, ਇਹਨਾਂ ਕਥਾਵਾਂ ਨੂੰ ਸ਼ਰਵਣ ਕਰਕੇ ਰੋਜ਼ ਧਿਆਨ ਕਰੋ ਅਤੇ ਧਿਆਨ ਕਰਕੇ ਤੱਤਾਂ ਨੂੰ ਸਮਝੋ ਤਾਂ ਤੁਹਾਨੂੰ ਈਸ਼ਵਰ ਸਦਾ ਯਾਦ ਰੱਖੇਗਾ ਅਤੇ ਰਹੇਗਾ ਅਤੇ ਧਿਆਨ ਲੱਗਾ ਰਹੇਗਾ ਅਤੇ ਉਹ ਆਪ ਤੁਹਾਡੇ ਸਾਹਮਣੇ ਆਪਣੇ ਸਰੂਪ ਨੂੰ ਪ੍ਰਗਟ ਕਰ ਦੇਵੇਗਾ। ਪਿਆਰੇ ਪਾਠਕੋ, ਹਿਮਾਟਪੰਤ ਨੇ ਉਸ ਵੇਲੇ ਮਿਸ਼ਰੀ ਦਾ ਪ੍ਰਸ਼ਾਦ ਚੰਗਾ ਮਿਲਿਆ ਜਿਹੜਾ ਅੱਜ ਸਾਨੂੰ ਇਸ ਕਥਾ ਅੰਮ੍ਰਿਤ ਦਾ ਪਾਨ ਕਰਨ ਦਾ ਮੌਕਾ ਮਿਲਿਆ। ਆਓ ਅਸੀਂ ਵੀ ਉਸ ਕਥਾ ਦਾ ਧਿਆਨ ਕਰੀਏ ਅਤੇ ਉਸ ਦਾ ਸਾਰ ਸਮਝ ਕੇ ਬਾਬਾ ਦੀ ਕਿਰਪਾ ਨਾਲ ਸਿਹਤਮੰਦ ਅਤੇ ਸੁਖੀ ਜੀਵਨ ਜੀਵੀਏ। 19ਵੇਂ ਅਧਿਆਏ ਦੇ ਅਖੀਰ ਵਿੱਚ ਹਿਮਾਟਪੰਤ ਦੇ ਕੁਝ ਹੋਰ ਵਿਸ਼ਿਆਂ ਦਾ ਵਰਣਨ ਕੀਤਾ ਹੈ ਜਿਹੜੇ ਇੱਥੇ ਦਿੱਤੇ ਜਾਂਦੇ ਹਨ। ਆਪਣੇ ਵਰਤਾਅ ਦੇ ਸੰਬੰਧ ਵਿੱਚ ਬਾਬਾ ਦਾ ਉਪਦੇਸ਼।
ਹੇਠਾਂ ਦਿੱਤੇ ਅਮੁੱਲ ਵਚਨ ਸਾਰੇ ਆਮ ਭਗਤਾਂ ਲਈ ਹਨ ਅਤੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਅਮਲ ਵਿੱਚ ਲਿਆਇਆ ਗਿਆ ਤਾਂ ਹਮੇਸ਼ਾ ਹੀ ਭਲਾ ਹੋਵੇਗਾ। ਜਦੋਂ ਤੱਕ ਕਿਸੇ ਨਾਲ ਕੋਈ ਰਿਸ਼ਤਾ ਜਾਂ ਸੰਬੰਧ ਨਾ ਹੋਵੇ ਉਦੋਂ ਤੱਕ ਕੋਈ ਕਿਸੇ ਕੋਲ ਨਹੀਂ ਜਾਂਦਾ। ਜੇ ਕੋਈ ਮਨੁੱਖ ਜਾਂ ਪ੍ਰਾਣੀ ਤੁਹਾਡੇ ਕੋਲ ਆਏ ਤਾਂ ਉਸ ਨੂੰ ਬੁਰੀ ਤਰ੍ਹਾਂ ਨਾਲ ਨਾ ਠੁਕਰਾਓ। ਉਸ ਦਾ ਸਵਾਗਤ ਕਰਕੇ ਆਦਰ ਨਾਲ ਵਰਤਾਅ ਕਰੋ। ਜੇ ਪਿਆਸੇ ਨੂੰ ਪਾਣੀ, ਭੁੱਖੇ ਨੂੰ ਭੋਜਨ, ਨੰਗੇ ਨੂੰ ਕੱਪੜੇ ਅਤੇ ਆਉਣ ਵਾਲੇ ਨੂੰ ਆਪਣਾ ਬਰਾਡਾ ਆਰਾਮ ਕਰਨ ਲਈ ਦਿਓਗੇ ਤਾਂ ਭਗਵਾਨ ਸ਼੍ਰੀ ਹਰੀ ਤੁਹਾਡੇ 'ਤੇ ਪ੍ਰਸੰਨ ਹੋਣਗੇ। ਜੇ ਕੋਈ ਤੁਹਾਡੇ ਕੋਲੋਂ ਪੈਸੇ ਦੀ ਮੰਗ ਕਰੇ ਅਤੇ ਤੁਹਾਡੀ ਮਰਜ਼ੀ ਦੇਣ ਦੀ ਨਾ ਹੋਵੇ ਤਾਂ ਨਾ ਦਿਓ, ਪਰ ਉਸ ਦੇ ਨਾਲ ਬੁਰਾ ਵਿਵਹਾਰ ਵੀ ਨਾ ਕਰੋ। ਤੁਹਾਡੀ ਕੋਈ ਜਿੰਨੀ ਮਰਜ਼ੀ ਨਿੰਦਿਆ ਕਿਉਂ ਨਾ ਕਰੇ, ਫਿਰ ਵੀ ਕੜਵਾ ਜਵਾਬ ਦੇ ਕੇ ਤੁਸੀਂ ਉਸ ਉੱਪਰ ਗੁੱਸਾ ਨਾ ਕਰੋ। ਜੇ ਤੁਸੀਂ ਇਸ ਤਰ੍ਹਾਂ ਦੇ ਮੌਕਿਆਂ 'ਤੇ ਹਮੇਸ਼ਾ ਬਚਦੇ ਰਹੇ ਤਾਂ ਇਹ ਯਕੀਨੀ ਹੈ ਕਿ ਤੁਸੀਂ ਸੁਖੀ ਰਹੋਗੇ। ਦੁਨੀਆ ਭਾਵੇਂ ਉਲਟ ਪੁਲਟ ਹੋ ਜਾਵੇ ਪਰ ਤੁਸੀਂ ਟਿਕੇ ਰਹਿਣਾ। ਹਮੇਸ਼ਾ ਆਪਣੀ ਜਗ੍ਹਾ 'ਤੇ ਪੱਕੇ ਰਹਿ ਕੇ ਇਸ ਸਭ ਨੂੰ ਸ਼ਾਂਤੀ ਨਾਲ ਦੇਖੋ। ਇੱਕ ਦੂਜੇ ਨੂੰ ਵੱਖ ਕਰਨ ਵਾਲੇ ਭੇਦ ਯਾਨੀ ਕਿ ਦਵੈਤ ਦੀ ਕੰਧ ਢਾਹ ਦਿਓ, ਜਿਸ ਨਾਲ ਆਪਣਾ ਮਿਲਣ ਦੀ ਰਾਹ ਸੌਖੀ ਹੋ ਜਾਏ। ਦਵੈਤ ਭਾਵ ਮੈਂ ਤੇ ਤੂੰ ਹੀ ਵੱਖਵਾਦ ਹੈ, ਜਿਹੜਾ ਚੇਲੇ ਨੂੰ ਗੁਰੂ ਨੂੰ ਚੇਲੇ ਕੋਲੋਂ ਅਲੱਗ ਕਰ ਦਿੰਦਾ ਹੈ। ਇਸ ਲਈ ਜਦੋਂ ਤੱਕ ਇਸ ਦਾ ਨਾਂ ਨਾ ਹੋ ਜਾਏ ਉਦੋਂ ਤੱਕ ਅਭਿੰਨਤਾ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਅੱਲਾਹ ਮਾਲਿਕ ਭਾਵ ਈਸ਼ਵਰ ਦੀ ਸਰਵ ਸ਼ਕਤੀਮਾਨ ਹੈ ਅਤੇ ਉਸ ਦੇ ਬਿਨਾਂ ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ। ਉਹਨਾਂ ਦਾ ਕੰਮ ਕਰਨ ਦੀ ਢੰਗ ਅਲੌਕਿਕ, ਅਨਮੋਲ ਅਤੇ ਕਲਪਨਾ ਤੋਂ ਪਰੇ ਹੈ। ਉਹਨਾਂ ਦੀ ਇੱਛਾ ਨਾਲ ਹੀ ਸਾਡੇ ਕਾਰਜ ਹੁੰਦੇ ਹਨ। ਉਹ ਵੀ ਸਾਨੂੰ ਚਾਹ ਦਿਖਾਉਂਦੇ ਹਨ ਅਤੇ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਪਿਛਲੇ ਜਨਮਾਂ ਦੇ ਰਿਸ਼ਤਿਆਂ ਕਰਕੇ ਹੀ ਸਾਡਾ ਮੇਲ ਹੁੰਦਾ ਹੈ, ਜਿਸ ਲਈ ਸਾਨੂੰ ਆਪਸ ਵਿੱਚ ਪਿਆਰ ਨਾਲ ਇੱਕ ਦੂਜੇ ਦੇ ਸੇਵਾ ਕਰਕੇ ਸਦਾ ਸੰਤੁਸ਼ਟ ਰਹਿਣਾ ਚਾਹੀਦਾ ਹੈ। ਜਿਸ ਨੇ ਆਪਣੇ ਜੀਵਨ ਦਾ ਮੰਤਵ ਯਾਨੀ ਕਿ ਪ੍ਰਭੂ ਦਰਸ਼ਨ ਪਾ ਲਿਆ ਹੈ, ਉਸ ਧਨ ਅਤੇ ਸੁਖੀ ਹਨ। ਦੂਸਰੇ ਦਾ ਸਿਰਫ ਕਹਿਣ ਨੂੰ ਜਦੋਂ ਤੱਕ ਪ੍ਰਾਣ ਹਨ ਉਦੋਂ ਤੱਕ ਜਿੰਦਾ ਹਨ। ਉੱਤਮ ਵਿਚਾਰਾਂ ਨੂੰ ਉਚਾ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਸ਼੍ਰੀ ਸਾਈਂ ਬਾਬਾ ਹਮੇਸ਼ਾ ਉੱਤਮ ਵਿਚਾਰਾਂ ਨੂੰ ਉਚਾ ਦਿੰਦੇ ਸੀ। ਇਸ ਲਈ ਜੇ ਅਸੀਂ ਪਿਆਰ ਅਤੇ ਭਗਤੀ ਨਾਲ ਇਕਾਗਰ ਭਾਵ ਨਾਲ ਉਹਨਾਂ ਦੀ ਸ਼ਰਨ ਵਿੱਚ ਜਾਈਏ ਤਾਂ ਸਾਨੂੰ ਅਨੁਭਵ ਹੋ ਜਾਏਗਾ ਕਿ ਕੋਈ ਮੌਕਿਆਂ 'ਤੇ ਇਸ ਤਰ੍ਹਾਂ ਮਦਦ ਪਹੁੰਚਾਉਂਦੇ ਹਨ। ਕਿਸੇ ਸੰਤ ਦਾ ਕਥਨ ਹੈ ਕਿ ਸਵੇਰੇ ਵੇਲੇ ਤੁਹਾਡੇ ਦਿਲ ਦੇ ਵਿੱਚ ਕੋਈ ਉੱਤਮ ਵਿਚਾਰ ਪੈਦਾ ਹੋਏ ਅਤੇ ਜੇ ਤੁਸੀਂ ਦਿਨ ਭਰ ਉਸ ਨੂੰ ਯਾਦ ਕਰੋ ਤਾਂ ਉਹ ਤੁਹਾਡੇ ਵਿਵੇਕ ਨੂੰ ਬਹੁਤ ਵਿਕਸਤ ਅਤੇ ਚਿੰਤ ਪ੍ਰਸੰਨ ਕਰ ਦੇਵੇਗਾ। ਹਿਮਾਡ ਪੰਥ ਦੀ ਵੀ ਇਸ ਦਾ ਅਨੁਭਵ ਕਰਨਾ ਚਾਹੁੰਦੇ ਸੀ। ਇਸ ਲਈ ਇਸ ਪਵਿੱਤਰ ਸ਼ਿਰਡੀ ਦੀ ਧਰਤੀ ਉੱਪਰ ਅਗਲੇ ਵੀਰਵਾਰ ਦਾ ਸਾਰਾ ਦਿਨ ਸ਼ਾਮ ਨਾਮ ਸਿਮਰਨ ਅਤੇ ਕੀਰਤਨ ਵਿੱਚ ਹੀ ਗੁਜ਼ਾਰਾ। ਇਸ ਤਰ੍ਹਾਂ ਦਾ ਵਿਚਾਰ ਕਰਕੇ ਉਹ ਸੌਂ ਗਏ। ਦੂਸਰੇ ਦਿਨ ਸਵੇਰੇ ਉੱਠ ਕੇ ਉਹਨਾਂ ਨੇ ਆਪੇ ਹੀ ਰਾਮ ਨਾਮ ਦੀ ਯਾਦ ਆ ਗਈ, ਜਿਸ ਨਾਲ ਉਹ ਪ੍ਰਸੰਨ ਹੋ ਗਏ ਅਤੇ ਰੋਜ਼ ਸਵੇਰੇ ਵਾਲੇ ਕੰਮ ਖਤਮ ਕਰਕੇ ਕੁਝ ਫੁੱਲ ਲੈ ਕੇ ਬਾਬਾ ਦੇ ਦਰਸ਼ਨ ਕਰਨ ਲਈ ਗਏ। ਜਦੋਂ ਉਹ ਦੀਕਸ਼ਿਤ ਦਾ ਵਾੜਾ ਪਾਰ ਕਰਕੇ ਬੂਟੀ ਵਾੜੇ ਦੇ ਕੋਲੋਂ ਦੀ ਜਾ ਰਹੇ ਸੀ ਤਾਂ ਉਹਨਾਂ ਨੂੰ ਇੱਕ ਸੁੰਦਰ ਭਜਨ ਦੀ ਆਵਾਜ਼ ਜਿਹੜੀ ਮਸਜਿਦ ਵੱਲੋਂ ਆ ਰਹੀ ਸੀ ਉਹਨਾਂ ਦੇ ਕੰਨ ਵਿੱਚ ਪਈ। ਏਕਨਾਥ ਦਾ ਇਹ ਭਜਨ ਔਰੰਗਾਬਾਦਕਰ ਸੁੰਦਰ ਆਵਾਜ਼ ਵਿੱਚ ਬਾਬਾ ਦੇ ਸਾਹਮਣੇ ਗਾ ਰਹੇ ਸੀ। ਗੁਰੂ ਕਿਰਪਾ ਅੰਜਨ ਪਾਇਓ ਭਾਈ, ਰਾਮ ਬਿਨਾ ਕੁਝ ਮਾਨਤ ਨਹੀਂ, ਅੰਦਰ ਰਾਮਾ ਬਾਹਰ ਰਾਮਾ, ਸੁਪਨੇ ਮੇਂ ਦੇਖਤ ਸੀਤਾ ਰਾਮਾ। ਭਜਨ ਤਾਂ ਅਨੇਕਾਂ ਹਨ, ਪਰ ਖਾਸ ਕਰਕੇ ਇਸ ਭਜਨ ਹੀ ਕਿਉਂ ਅਤੇ ਔਰੰਗਾਬਾਦਕਰ ਨੇ ਕਿਉਂ ਚੁਣਿਆ? ਕੀ ਇਹ ਭਜਨ ਬਾਬਾ ਵੱਲੋਂ ਇਤਫਾਕ ਸੀ ਅਤੇ ਕੀ ਹਿਮਾਡਪਨ ਦੇ ਪਿਛਲੇ ਦਿਨ ਦੇ ਅਖੰਡ ਰਾਮ ਨਾਮ ਯਾਦ ਕਰਨ ਦੇ ਪ੍ਰਣ ਨੂੰ ਉਤਸ਼ਾਹਿਤ ਕਰਨ ਲਈ ਸੀ? ਸਾਰੇ ਸੰਤਾਂ ਦਾ ਇਸ ਸੰਬੰਧ ਵਿੱਚ ਇੱਕ ਹੀ ਮਤ ਹੈ ਅਤੇ ਸਾਰੇ ਰਾਮ ਨਾਮ ਦੇ ਜਾਪ ਨੂੰ ਅਸਰਦਾਰ ਅਤੇ ਭਗਤਾਂ ਦੀਆਂ ਇੱਛਾਵਾਂ ਪੂਰੀਆਂ ਅਤੇ ਸਾਰੀਆਂ ਤਕਲੀਫਾਂ ਤੋਂ ਛੁਟਕਾਰਾ ਪਾਉਣ ਲਈ ਇਸ ਨੂੰ ਇੱਕ ਆਨੰਦਮਈ ਉਪਾਅ ਦੱਸਦੇ ਹਨ।
ਨਿੰਦਿਆ ਸੰਬੰਧੀ ਉਪਦੇਸ਼ ਦੇਣ ਦੇ ਲਈ ਕਿਸੇ ਖਾਸ ਵੇਲੇ ਜਾਂ ਜਗ੍ਹਾ ਦੀ ਉਡੀਕ ਨਾ ਕਰਕੇ ਬਾਬਾ ਠੀਕ ਵਕਤ 'ਤੇ ਹੀ ਆਜ਼ਾਦੀ ਨਾਲ ਉਪਦੇਸ਼ ਦੇ ਦਿੰਦੇ ਹਨ। ਇੱਕ ਵਾਰੀ ਇੱਕ ਭਗਤ ਨੇ ਬਾਬਾ ਦੇ ਮਗਰੋਂ ਦੂਜੇ ਲੋਕਾਂ ਨੂੰ ਸਾਹਮਣੇ ਬੈਠ ਕਿਸੇ ਨੂੰ ਮੰਦੇ ਸ਼ਬਦ ਕਹੇ। ਗੁਨਾਹ ਦੀ ਪਰਵਾਹ ਨਾ ਕਰਕੇ ਉਸਨੇ ਆਪਣੇ ਭਰਾ ਦੇ ਨੂੰ ਇੰਨੇ ਬੁਰੇ ਕੜਵੇ ਸ਼ਬਦ ਵੀ ਵਰਤੋਂ ਵਿੱਚ ਕੀਤੇ ਕਿ ਸੁਣਨ ਵਾਲਿਆਂ ਨੂੰ ਵੀ ਉਸ ਨਾਲ ਨਫ਼ਰਤ ਹੋਣ ਲੱਗੀ। ਆਮ ਦੇਖਣ ਵਿੱਚ ਆਉਂਦਾ ਹੈ ਕਿ ਲੋਕ ਵਿਅਰਥ ਵਿੱਚ ਹੀ ਦੁਨੀਆ ਦੀ ਨਿੰਦਿਆ ਕਰਕੇ ਭਗਤਾਂ ਅਤੇ ਬੁਰਾਈਆਂ ਪੈਦਾ ਕਰਦੇ ਹਨ। ਸੰਤ ਤਾਂ ਨਿੰਦਿਆ ਨੂੰ ਦੂਸਰੀ ਹੀ ਨਜ਼ਰ ਨਾਲ ਵੇਖਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਫਾਈ ਕਰਨ ਲਈ ਅਨੇਕ ਤਰੀਕਿਆਂ ਵਿੱਚ ਮਿੱਟੀ, ਪਾਣੀ, ਸਾਬਣ ਕਾਫੀ ਹੈ, ਪਰ ਨਿੰਦਿਆ ਕਰਨ ਵਾਲਿਆਂ ਦੀ ਵਰਤੋਂ ਅਲੱਗ ਹੁੰਦੀ ਹੈ। ਉਹ ਦੂਜਿਆਂ ਦੇ ਦੋਸ਼ਾਂ ਨੂੰ ਸਿਰਫ ਆਪਣੀ ਜੀਭ ਨਾਲ ਹੀ ਦੂਰ ਕਰਦੇ ਹਨ ਅਤੇ ਇਸ ਤਰ੍ਹਾਂ ਉਹ ਦੂਜਿਆਂ ਦੀ ਨਿੰਦਿਆ ਕਰਕੇ ਉਹਨਾਂ ਦੀ ਭਲਾਈ ਵੀ ਕਰਦੇ ਹਨ। ਜਿਸ ਤਰ੍ਹਾਂ ਉਹ ਧੰਨਵਾਦ ਦੇ ਪਾਤਰ ਹਨ, ਨਿੰਦਿਆ ਕਰਨ ਵਾਲੇ ਨੂੰ ਠੀਕ ਰਾਹ 'ਤੇ ਲਿਆਉਣ ਲਈ ਸਾਈਂ ਬਾਬਾ ਦਾ ਤਰੀਕਾ ਬਿਲਕੁਲ ਵੀ ਵੱਖਰਾ ਸੀ। ਉਹ ਤਾਂ ਜਾਣੀ ਜਾਣ ਸਨ, ਇਸ ਲਈ ਉਸ ਨਿਰੰਕਾਰ ਦੇ ਰੂਪ ਵਿੱਚ ਉਹ ਸਮਝ ਗਏ। ਦੁਪਹਿਰ ਨੂੰ ਜਦੋਂ ਲੇਂਡੀ ਦੇ ਨੇੜੇ ਉਸ ਨਾਲ ਮੁਲਾਕਾਤ ਹੋਈ ਤਾਂ ਉਹ ਉਹਦੇ ਕੰਮ ਨੂੰ ਵੀ ਸਮਝ ਗਏ। ਦੁਪਹਿਰ ਨੂੰ ਜਦੋਂ ਲੇਂਡੀ ਦੇ ਨੇੜੇ ਉਸ ਨਾਲ ਮੁਲਾਕਾਤ ਹੋਈ ਤਾਂ ਉਹ ਦੋ ਕੰਮ ਉਹ ਸਮਝ ਗਏ। ਦੁਪਹਿਰ ਨੂੰ ਜਦੋਂ ਲੇਂਡੀ ਦੇ ਨੇੜੇ ਉਸ ਮੁਲਾਕਾਤ ਹੋਈ ਤਾਂ ਉਹਨਾਂ ਨੇ ਗੰਦਗੀ ਖਾਂਦੇ ਹੋਏ ਇੱਕ ਸੂਰ ਦੇ ਵੱਲ ਉਂਗਲ ਕਰਕੇ ਕਿਹਾ ਕਿ ਦੇਖ, ਉਹ ਕਿੰਨੇ ਪਿਆਰ ਨਾਲ ਗੰਦ ਖਾ ਰਿਹਾ ਹੈ। ਤੂੰ ਦਿਲ ਕਰਕੇ ਆਪਣੇ ਭਰਾਵਾਂ ਨੂੰ ਭੈੜੇ ਸ਼ਬਦ ਕਹਿੰਦਾ ਹੈ ਅਤੇ ਇਹ ਤੇਰਾ ਆਚਰਨ ਵੀ ਠੀਕ ਉਸ ਸੂਰ ਵਰਗਾ ਹੀ ਹੈ। ਅਨੇਕਾਂ ਸ਼ੁਭ ਕਰਮਾਂ ਦੇ ਫਲਸਰੂਪ ਤੈਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ ਹੈ। ਅਨੇਕਾਂ ਸ਼ੁਭ ਕਰਮਾਂ ਦੇ ਫਲਸਰੂਪ ਤੈਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ ਹੈ ਅਤੇ ਇਸ ਲਈ ਜੇ ਤੂੰ ਇਸ ਤਰ੍ਹਾਂ ਆਚਰਨ ਕੀਤਾ ਤਾਂ ਸ਼ਿਰੜੀ ਤੇਰੀ ਕੀ ਮਦਦ ਕਰ ਸਕੇਗੀ। ਭਗਤ ਨੇ ਉਪਦੇਸ਼ ਸੁਣ ਲਿਆ ਅਤੇ ਉੱਥੋਂ ਚਲਾ ਗਿਆ। ਇਸ ਤਰ੍ਹਾਂ ਮੌਕੇ ਮੁਤਾਬਕ ਹੀ ਬਾਬਾ ਉਪਦੇਸ਼ ਦਿੰਦੇ ਸੀ। ਜੇ ਉਹਨਾਂ ਦੇ ਧਿਆਨ ਦੇ ਕੇ ਰੋਜ਼ ਉਹਨਾਂ ਦੀ ਪਾਲਣਾ ਕੀਤੀ ਜਾਏ ਤਾਂ ਅਧਿਆਤਮਕ ਮੰਤਵ ਜ਼ਿਆਦਾ ਦੂਰ ਨਹੀਂ ਹੋਵੇਗਾ। ਇਹ ਕਹਾਵਤ ਮਸ਼ਹੂਰ ਹੈ ਕਿ ਜੇ ਮੇਰਾ ਸ਼੍ਰੀ ਹਰੀ ਹੋਵੇਗਾ ਤਾਂ ਮੈਨੂੰ ਮੇਰੀ ਮੰਜੀ 'ਤੇ ਬੈਠੇ ਬੈਠੇ ਹੀ ਭੋਜਨ ਪਹੁੰਚਾਏਗਾ। ਇਹ ਕਹਾਵਤ ਭੋਜਨ ਅਤੇ ਕੱਪੜਿਆਂ ਦਾ ਸੰਬੰਧ ਵਿੱਚ ਸੱਚ ਹੋ ਸਕਦੀ ਹੈ, ਪਰ ਜੇ ਕੋਈ ਇਸ 'ਤੇ ਭਰੋਸਾ ਕਰਕੇ ਆਲਸੀ ਬਣ ਕੇ ਬੈਠਾ ਰਹੇ ਅਤੇ ਉਹ ਅਧਿਆਤਮਕ ਖੇਤਰ ਵਿੱਚ ਕੁਝ ਵੀ ਉੱਨਤੀ ਨਾ ਕਰਕੇ ਉਲਟਾ ਅਯੋਗੀ ਦੇ ਕੇ ਘੋਰ ਹਨੇਰੇ ਵਿੱਚ ਡੁੱਬ ਜਾਵੇਗਾ। ਇਸ ਲਈ ਆਤਮ ਪ੍ਰਾਪਤੀ ਦੇ ਲਈ ਹਰ ਇੱਕ ਨੂੰ ਨਿਰੰਤਰ ਮਿਹਨਤ ਕਰਨੀ ਚਾਹੀਦੀ ਹੈ ਅਤੇ ਜਿੰਨੀ ਕੋਸ਼ਿਸ਼ ਉਹ ਕਰੇਗਾ ਉਨਾ ਹੀ ਉਸ ਲਈ ਫਾਇਦੇਮੰਦ ਹੋਵੇਗਾ। ਬਾਬਾ ਨੇ ਕਿਹਾ ਕਿ ਮੈਂ ਤਾਂ ਸਰਵ ਵਿਆਪੀ ਹਾਂ ਅਤੇ ਸਾਰੇ ਸੰਸਾਰ ਦੇ ਪ੍ਰਾਣੀਆਂ ਅਤੇ ਵਨਸਪਤੀ ਵਿੱਚ ਵਿਆਪਤ ਰਹਿ ਕੇ ਹੀ ਅਨੰਤ ਹਾਂ। ਸਿਰਫ ਉਹਨਾਂ ਦੇ ਭੁਲੇਖੇ ਦੂਰ ਕਰਨ ਲਈ ਹੀ ਜਿਨ੍ਹਾਂ ਦੀ ਨਜ਼ਰ ਵਿੱਚ ਬਾਬਾ ਸਾਡੇ ਤਿੰਨ ਹੱਥ ਦੇ ਮਨੁੱਖੀ ਸੀ, ਆਪ ਸਗੁਣ ਰੂਪ ਧਾਰਨ ਕਰਕੇ ਅਵਤਾਰ ਲਿਆ। ਇਸ ਲਈ ਜਿਹੜੇ ਭਗਤ ਇਕਾਗਰ ਭਾਵ ਨਾਲ ਉਹਨਾਂ ਦੀ ਸ਼ਬਦ ਅਤੇ ਵਿੱਚ ਆਏ ਅਤੇ ਜਿਨ੍ਹਾਂ ਦੇ ਦਿਨ ਰਾਤ ਹੀ ਉਹਨਾਂ ਦੀ ਧਿਆਨ ਕੀਤਾ, ਉਹਨਾਂ ਨੂੰ ਉਹਨਾਂ ਨਾਲ ਅਭਿੰਨਤਾ ਪ੍ਰਾਪਤ ਹੋਈ। ਜਿਸ ਤਰ੍ਹਾਂ ਮਿਠਾਸ ਅਤੇ ਮਿਸ਼ਰੀ, ਲਹਿਰ ਅਤੇ ਸਮੁੰਦਰ ਅਤੇ ਅੱਖਾਂ ਦੇ ਪ੍ਰਕਾਸ਼ ਵਿੱਚ ਅਭਿੰਨਤਾ ਹੁੰਦੀ ਹੈ। ਜਿਹੜਾ ਜਨਮ ਮਰਨ ਦੇ ਚੱਕਰ ਵਿੱਚੋਂ ਮੁਕਤ ਹੋਣਾ ਚਾਹੀਦਾ ਹੈ, ਉਸ ਸ਼ਾਂਤ ਅਤੇ ਟਿਕ ਕੇ ਰਹਿਣਾ ਆਪਣਾ ਧਾਰਮਿਕ ਜੀਵਨ ਗੁਜ਼ਾਰੇ। ਦੁੱਖ ਦੇਣ ਵਾਲੇ ਕੋੜੇ ਸ਼ਬਦ ਬੋਲ ਕੇ ਕਿਸੇ ਨੂੰ ਦੁਖੀ ਨਾ ਕਰੋ। ਹਮੇਸ਼ਾ ਉੱਤਮ ਕਾਰਜਾਂ ਵਿੱਚ ਲੱਗੇ ਰਹਿ ਕੇ ਆਪਣਾ ਕੰਮ ਕਰਦੇ ਰਹੋ। ਇਕਾਗਰ ਭਾਵ ਨਾਲ ਡਰ ਤੋਂ ਬਿਨਾਂ ਉਹਨਾਂ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ। ਜਿਹੜਾ ਪੂਰੇ ਭਰੋਸੇ ਨਾਲ ਉਹਨਾਂ ਦੀਆਂ ਲੀਲਾਵਾਂ ਦਾ ਸਰਵਣ ਕਰਕੇ ਉਹਨਾਂ ਦਾ ਧਿਆਨ ਕਰੇਗਾ ਅਤੇ ਹੋਰ ਚੀਜ਼ਾਂ ਦੀ ਫਿਕਰ ਛੱਡ ਦੇਵੇਗਾ, ਉਸ ਨੂੰ ਬਿਨਾਂ ਸ਼ੱਕ ਹੀ ਆਤਮ ਅਨੁਭੂਤੀ ਦੀ ਪ੍ਰਾਪਤੀ ਹੋਵੇਗੀ। ਬਾਬਾ ਨੇ ਅਨੇਕਾਂ ਨੂੰ ਨਾਮ ਦਾ ਜਾਪ ਕਰਕੇ ਆਪਣੀ ਸ਼ਰਨ ਵਿੱਚ ਆਉਣ ਲਈ ਕਿਹਾ। ਜਿਹੜੇ ਇਹ ਜਾਣਨ ਲਈ ਉਤਸੁਕ ਸੀ ਕਿ ਮੈਂ ਕੌਣ ਹਾਂ, ਬਾਬਾ ਨੇ
ਉਹਨਾਂ ਨੂੰ ਵੀ ਲੀਲਾਵਾਂ ਸ਼ਰਵਣ ਅਤੇ ਧਿਆਨ ਕਰਨ ਦੀ ਸਲਾਹ ਦਿੱਤੀ। ਕਿਸੇ ਨੂੰ ਭਾਗਵਤ ਲੀਲਾਵਾਂ ਦਾ ਸ਼ਰਵਣ, ਕਿਸ ਨੂੰ ਭਗਵਤ ਪੂਜਾ ਅਤੇ ਕਿਸੇ ਨੂੰ ਅਧਿਆਤਮ ਸਮਰਾਇਣ ਜਾਂ ਗਿਆਨੇਸ਼ਵਰੀ ਅਤੇ ਧਾਰਮਿਕ ਗ੍ਰੰਥਾਂ ਦਾ ਪਾਠ ਅਤੇ ਧਿਆਨ ਕਰਨ ਲਈ ਕਿਹਾ। ਅਨੇਕਾਂ ਨੂੰ ਆਪਣਾ ਚਰਨਾਂ ਕੋਲ ਹੀ ਰੱਖ ਕੇ ਬਹੁਤਿਆਂ ਨੂੰ ਖੰਡੋਬਾ ਦੇ ਮੰਦਰ ਵਿੱਚ ਭੇਜਿਆ ਅਤੇ ਅਨੇਕਾਂ ਨੂੰ ਵਿਸ਼ਨੂੰ ਸਹਸਰਨਾਮ ਦਾ ਪਾਠ ਕਰਨ ਦਾ ਛਾਂਦਯ ਉਪਨਿਸ਼ਦ ਅਤੇ ਗੀਤਾ ਦਾ ਅਧਿਐਨ ਕਰਨ ਲਈ ਕਿਹਾ। ਉਹਨਾਂ ਨੇ ਉਪਦੇਸ਼ਾਂ ਦੇ ਕੋਈ ਹੱਦ ਨਹੀਂ ਸੀ। ਉਹਨਾਂ ਨੇ ਕਈਆਂ ਨੂੰ ਪ੍ਰਤੱਖ ਅਤੇ ਬਹੁਤਿਆਂ ਨੂੰ ਸੁਪਨੇ ਵਿੱਚ ਆਦੇਸ਼ ਦਿੱਤੇ। ਕਈ ਵਾਰ ਉਹ ਇੱਕ ਸ਼ਰਾਬੀ ਦੇ ਸੁਪਨੇ ਵਿੱਚ ਪ੍ਰਗਟ ਹੋ ਕੇ ਉਸ ਦੀ ਛਾਤੀ 'ਤੇ ਚੜ੍ਹ ਗਏ ਅਤੇ ਉਦੋਂ ਉਸਨੇ ਸ਼ਰਾਬ ਪੀਣੀ ਜਦ ਤੱਕ ਨਹੀਂ ਛੱਡੀ ਤਦ ਤੱਕ ਬਾਬਾ ਨੇ ਉਸਨੂੰ ਨਹੀਂ ਛੱਡਿਆ। ਕਿਸੇ ਨੂੰ ਮੰਤਰ, ਜਿਸ ਤਰ੍ਹਾਂ ਗੁਰ ਬ੍ਰਹਮਾ ਆਦਿ ਦਾ ਅਰਥ ਸੁਪਨੇ ਵਿੱਚ ਸਮਝਾਇਆ ਅਤੇ ਕੁਝ ਹਠ ਜੋਗੀਆਂ ਨੂੰ ਹਠ ਜੋਗ ਛੱਡਣ ਦਾ ਆਗਿਆ ਦੇ ਕੇ ਚੁੱਪਚਾਪ ਬੈਠ ਕੇ ਧੀਰਜ ਰੱਖਣ ਲਈ ਕਿਹਾ। ਉਹਨਾਂ ਦੇ ਸੁਆਲੇ ਰਾਹ ਅਤੇ ਢੰਗ ਦਾ ਵਰਣਨ ਵੀ ਅਸੰਭਵ ਹੈ। ਸਧਾਰਨ ਸੰਸਾਰਕ ਵਿਹਾਰਾਂ ਵਿੱਚ ਉਹਨਾਂ ਨੂੰ ਆਪਣੇ ਆਚਰਣ ਨਾਲ ਇੱਦਾਂ ਦੇ ਅਨੇਕਾਂ ਉਦਾਹਰਣ ਪੇਸ਼ ਕੀਤੇ, ਜਿਨ੍ਹਾਂ ਵਿੱਚ ਇੱਕ ਇੱਥੇ ਹੇਠਾਂ ਦਿੱਤਾ ਜਾਂਦਾ ਹੈ। ਮਿਹਨਤ ਲਈ ਮਜਬੂਰੀ। ਇੱਕ ਦਿਨ ਬਾਬਾ ਨੇ ਰਾਧਾ ਕ੍ਰਿਸ਼ਨ ਮਾਈ ਦੇ ਘਰ ਦੇ ਨੇੜੇ ਆ ਕੇ ਪੌੜੀ ਲਿਆਉਣ ਲਈ ਕਿਹਾ ਤਾਂ ਉਹ ਭਗਤ ਪੌੜੀ ਲੈ ਆਇਆ ਤੇ ਉਹਨਾਂ ਦੇ ਦੱਸੇ ਅਨੁਸਾਰ ਵਾਮਨ ਗੋਂਦਕਰ ਦੇ ਘਰ ਤੇ ਉਸਨੇ ਲਗਾਇਆ। ਉਹ ਉਹਨਾਂ ਦੇ ਘਰ ਵਿੱਚ ਉੱਪਰ ਚੜ੍ਹ ਗਏ ਅਤੇ ਰਾਧਾ ਕ੍ਰਿਸ਼ਨ ਮਾਈ ਦੇ ਛੱਪੜ ਉੱਪਰੋਂ ਹੋ ਕੇ ਦੂਜੇ ਪਾਸਿਓਂ ਹੇਠਾਂ ਉਤਰ ਆਏ। ਇਸ ਦਾ ਅਰਥ ਕਿਸੇ ਦੀ ਸਮਝ ਵਿੱਚ ਨਹੀਂ ਆਇਆ। ਰਾਧਾ ਕ੍ਰਿਸ਼ਨ ਮਾਈ ਇਸ ਵਕਤ ਬੁਖਾਰ ਨਾਲ ਕੰਬ ਰਹੀ ਸੀ, ਇਸ ਲਈ ਉਹ ਹੋ ਸਕਦਾ ਹੈ ਕਿ ਉਸਦਾ ਬੁਖਾਰ ਦੂਰ ਕਰਨ ਲਈ ਹੀ ਉਹਨਾਂ ਨੇ ਇਸ ਤਰ੍ਹਾਂ ਵਿਚਾਰ ਕੀਤੇ। ਹੇਠਾਂ ਉਤਰਨ ਤੋਂ ਮਗਰੋਂ ਜਲਦੀ ਹੀ ਉਹਨਾਂ ਨੂੰ ਪੌੜੀ ਲਗਾਉਣ ਵਾਲੇ ਨੂੰ 2 ਰੁਪਏ ਮਜ਼ਦੂਰੀ ਦੇ ਦਿੱਤੀ ਤਾਂ ਇੱਕ ਭਗਤ ਨੇ ਹਿੰਮਤ ਕਰਕੇ ਉਹਨਾਂ ਕੋਲੋਂ ਪੁੱਛਿਆ ਕਿ ਇੰਨੇ ਜ਼ਿਆਦਾ ਪੈਸੇ ਦੇਣ ਦੀ ਕੀ ਲੋੜ ਸੀ। ਉਹਨਾਂ ਨੇ ਕਿਹਾ ਕਿ ਇਹਨਾਂ ਕੋਲੋਂ ਮਿਹਨਤ ਦੇ ਮੁੱਲ ਦਿੱਤੇ ਕੰਮ ਨਹੀਂ ਕਰਾਉਣਾ ਚਾਹੀਦਾ ਅਤੇ ਕੰਮ ਕਰਨ ਵਾਲੇ ਨੂੰ ਉਸ ਦੀ ਮਿਹਨਤ ਦਾ ਜਲਦੀ ਨਿਪਟਾਰਾ ਕਰਕੇ ਖੁੱਲ੍ਹੇ ਦਿਲ ਨਾਲ ਮਜ਼ਦੂਰੀ ਦੇਣੀ ਚਾਹੀਦੀ ਹੈ। ਸ਼੍ਰੀ ਸਤਿਗੁਰ ਸਾਈਨਾਥ ਨੂੰ ਸੀਸ ਝੁਕਾਓ, ਸਾਰੇ ਸੁਖ ਸ਼ਾਂਤੀ ਪਾਓ। ਓਮ ਸਾਈ ਰਾਮ।